ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 79। ਭਾਗ 5ਵਾਂ। ਉੱਤਰੀ ਅਮਰੀਕਾ ਵਿੱਚ ਭਾਰਤੀਆਂ ਦੀ ਦੁਰਦਸ਼ਾ, ਸਿੱਖ ਪ੍ਰਤੀਕਰਮ ਦੀ ਵਿਲੱਖਣਤਾ। 20ਵੀਂ ਸਦੀ ਦਾ ਆਗਾਜ਼ ਹੁੰਦਿਆਂ ਹੀ ਹਿੰਦੁਸਤਾਨੀ ਅਮਰੀਕਾ ਅਤੇ ਕੈਨੇਡਾ ਵਿੱਚ ਚੋਖੀ ਸੰਖਿਆ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਵਿੱਚੋਂ ਥੋੜ੍ਹੇ ਜਿਹੇ 200 ਦੇ ਕਰੀਬ ਨੌਜਵਾਨ ਵਿਦਿਆਰਥੀ ਸਨ ਜਿਹੜੇ ਉੱਚੀ ਵਿੱਦਿਆ ਹਾਸਲ ਕਰਨ ਦੇ ਇਰਾਦੇ ਨਾਲ ਆਏ ਸਨ। ਵੱਡਾ ਭਾਗ ਪੇਂਡੂ ਕਿਸਾਨਾਂ ਦਾ ਸੀ ਜਿਹੜੇ ਕਿਰਤ ਕਮਾਈ ਕਰਕੇ ਆਪਣੀ ਆਰਥਿਕ ਹੈਸੀਅਤ ਬਿਹਤਰ ਕਰਨ ਦੇ ਮਕਸਦ ਨਾਲ ਆਪਣਾ ਦੇਸ਼ ਛੱਡ ਕੇ ਪਰਦੇਸੀ ਬਣੇ ਸਨ। ਜਿੱਥੇ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਬੰਗਾਲੀਆਂ ਦੀ ਸੀ, ਉੱਥੇ ਪੇਂਡੂ ਕਿਸਾਨਾਂ ਵਿੱਚੋਂ ਥੋੜ੍ਹੇ ਜਿਹਿਆਂ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸਨ। ਪਹਿਲਾਂ ਪਹਿਲ ਅਮਰੀਕਾ ਨਾਲੋਂ ਕੈਨੇਡਾ ਵਿੱਚ ਵੱਧ ਅਵਾਸੀ ਪਹੁੰਚੇ। ਉੱਥੇ ਉਹ ਮੁੱਖ ਤੌਰ 'ਤੇ ਲੱਕੜੀ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਦੇ ਸਨ। ਵੈਨਕੂਵਰ ਸਿੱਖ ਅਵਾਸੀਆਂ ਦਾ ਮੁੱਖ ਅੱਡਾ ਬਣ ਗਿਆ ਸੀ। ਇਸ ਤੋਂ ਇਲਾਵਾ ਵਿਕਟੋਰੀਆ ਅਤੇ ਐਬਟਸਫੋਰਡ ਵਿੱਚ ਵੀ ਉਹਨਾਂ ਦੀ ਕਾਫੀ ਵਸੋਂ ਹੋ ਗਈ ਸੀ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਵੇਂ ਇਲਾਕਿਆਂ ਸਿਆਟਲ ਅਤੇ ਓਰੇਗਨ ਸਟੇਟ ਵਿੱਚ ਵੀ ਚੋਖੀ ਗਿਣਤੀ ਵਿੱਚ ਭਾਰਤੀ ਅਵਾਸੀ ਪਹੁੰਚ ਗਏ ਸਨ। ਉੱਥੇ ਵੀ ਉਹ ਮੁੱਖ ਤੌਰ 'ਤੇ ਲੱਕੜੀ ਦੀਆਂ ਮਿੱਲਾਂ ਜਾਂ ਰੇਲਵੇ ਲਾਈਨਾਂ ਵਿੱਚ ਬਿਛਾਈ ਦੇ ਕੰਮ ਕਰਨ ਲੱਗੇ ਹੋਏ ਸਨ। ਇਸ ਤੋਂ ਇਲਾਵਾ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਵੀ ਸਿੱਖ ਅਵਾਸੀਆਂ ਦੀ ਤਕੜੀ ਸੰਖਿਆ ਸੀ, ਜਿੱਥੇ ਉਹ ਜ਼ਿਆਦਾਤਰ ਖੇਤੀ ਦਾ ਕੰਮ ਕਰਦੇ ਸਨ। ਬਹੁਤੇ ਮਜ਼ਦੂਰੀ ਕਰਦੇ ਸਨ, ਜਦ ਕਿ ਕੁਝ ਕੁ ਠੇਕੇ 'ਤੇ ਫਾਰਮ ਲੈ ਕੇ ਆਪਣੀ ਖੇਤੀ ਕਰਦੇ ਸਨ। ਬੇਗਾਨੀ ਧਰਤੀ ਉੱਤੇ ਆਪਣੇ ਪੈਰ ਜਮਾਉਣ ਲਈ ਹਿੰਦੁਸਤਾਨੀ ਅਵਾਸੀਆਂ ਨੂੰ ਭਾਰੀ ਮੁਸ਼ਕਿਲਾਂ, ਦੋਨੋਂ ਜਿਸਮਾਨੀ ਅਤੇ ਮਾਨਸਿਕ, ਵਿੱਚੋਂ ਗੁਜ਼ਰਨਾ ਪਿਆ। ਸਭ ਤੋਂ ਵੱਡੀ ਤੰਗੀ ਨਸਲੀ ਵਿਤਕਰਾ ਸੀ। ਉਸ ਵੇਲੇ ਅਮਰੀਕਾ ਕੈਨੇਡਾ ਅੰਦਰ ਨਕਲਪ੍ਰਸਤੀ ਦਾ ਬੋਲਬਾਲਾ ਸੀ। ਗੋਰੀ ਨਸਲ ਦੇ ਲੋਕ ਆਪਣੇ ਆਪ ਨੂੰ ਸਾਰਿਆਂ ਨਾਲੋਂ ਉੱਤਮ ਅਤੇ ਦੂਸਰੀਆਂ ਨਸਲਾਂ ਦੇ ਲੋਕਾਂ ਨੂੰ ਹੀਣੇ ਅਤੇ ਘਟੀਆ ਸਮਝਦੇ ਸਨ। ਇਸ ਨਸਲਵਾਦੀ ਸੋਚ ਕਰਕੇ ਉਹ ਹਿੰਦੁਸਤਾਨੀਆਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਸਨ। ਗੋਰੇ ਮਾਲਕ ਹਿੰਦੁਸਤਾਨੀਆਂ ਨੂੰ ਕੰਮ ਦੇਣ ਤੋਂ ਨੱਕ ਬੁੱਲ ਚੜ੍ਹਾਉਂਦੇ ਸਨ। ਗੋਰੇ ਮਜ਼ਦੂਰ ਹਿੰਦੁਸਤਾਨੀ ਮਜ਼ਦੂਰਾਂ ਨਾਲ ਦੁਰਵਿਵਹਾਰ ਕਰਕੇ ਅਤੇ ਇਕੱਠੇ ਹੋ ਕੇ ਉਹਨਾਂ ਦੀ ਕੁੱਟਮਾਰ ਕਰਨ ਤੱਕ ਜਾਂਦੇ ਸਨ। ਪਬਲਿਕ ਥਾਵਾਂ ਉੱਤੇ ਹਿੰਦੁਸਤਾਨੀਆਂ ਨੂੰ ਗੋਰਿਆਂ ਦੇ ਬਰਾਬਰ ਵਿਚਰਨ ਦਾ ਹੱਕ ਨਹੀਂ ਸੀ ਅਤੇ ਉਹਨਾਂ ਨੂੰ ਪੈਰ ਪੈਰ 'ਤੇ ਜਲੀਲ ਕਰਕੇ ਹੀਣੇ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਸੀ। ਗਦਰੀ ਬਾਬਿਆਂ ਨੇ ਆਪਣੇ ਸਵੈ ਕਥਨਾਂ ਅੰਦਰ ਇਸ ਬਾਰੇ ਆਪਣੇ ਕੁਝ ਕੁ ਤਲਖ ਤਜਰਬਿਆਂ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਕੀਤਾ ਹੈ। ਗਦਰੀ ਬਾਬਾ ਹਰਜਾਪ ਸਿੰਘ ਜੀ ਲਿਖਦੇ ਹਨ, ਅਮਰੀਕਾ ਵਿੱਚ ਰੇਲ ਗੱਡੀਆਂ 2 ਹਿੱਸਿਆਂ ਵਿੱਚ ਵੰਡੀਆਂ ਹੋਈਆਂ ਹੁੰਦੀਆਂ ਸਨ। ਇੱਕ ਉਹ ਜਿਨ੍ਹਾਂ ਵਿੱਚ ਤੰਬਾਕੂ ਪੀਣ ਵਾਲੇ ਬਹਿੰਦੇ ਸਨ ਅਤੇ ਦੂਜੇ ਡੱਬੇ ਅੰਦਰ ਦੂਜੇ ਸੱਜਣਾਂ ਵਾਸਤੇ ਸਨ। ਇਹ ਗੱਲ ਹਰ ਇੱਕ ਆਦਮੀ ਜਾਣਦਾ ਹੈ ਕਿ ਤੰਬਾਕੂ ਨਾ ਪੀਣ ਵਾਲੇ ਸੱਜਣ ਨੂੰ ਜੇ ਇਸ ਦੇ ਸੇਵਨ ਕਰਨ ਵਾਲੇ ਕਮਰੇ ਵਿੱਚ ਬਿਠਾ ਦਿੱਤਾ ਜਾਵੇ ਤਾਂ ਉਸ ਦਾ ਦਮ ਘੁੱਟਣ ਲੱਗ ਪੈਂਦਾ ਹੈ। ਪਰ ਸਿੱਖਾਂ ਲਈ ਜੋ ਤੰਬਾਕੂ ਨੂੰ ਮਜ਼ਹਬੀ ਤੌਰ 'ਤੇ ਹਰਾਮ ਸਮਝਦੇ ਹਨ, ਅਜਿਹੇ ਕਮਰਿਆਂ ਵਿੱਚ ਬੈਠਣ ਤਾਂ ਨਰਕ ਦੇ ਬਰਾਬਰ ਹੋ ਜਾਂਦਾ ਹੈ। ਪਰ ਸਾਡੀ ਬਦਕਿਸਮਤੀ ਕਿ ਰੇਲਾਂ ਦੇ ਹਾਕਮਾਂ ਵੱਲੋਂ ਸਾਨੂੰ ਉਹਨਾਂ ਡੱਬਿਆਂ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਸਾਰੀ ਕਾਰਵਾਈ ਰੰਗ ਅਤੇ ਨਸਲ ਦਾ ਭੇਦ ਕਰਕੇ ਕੀਤੀ ਜਾਂਦੀ ਸੀ। ਜਮਹੂਰੀਅਤ ਪਸੰਦ ਅਮਰੀਕਨ ਗੋਰੇ ਸਾਡੇ ਕਾਲੇ ਰੰਗ ਵਾਲਿਆਂ ਨਾਲ ਨਫ਼ਰਤ ਕਰਦੇ ਸਨ। ਸਿੱਖਾਂ ਨੇ ਅਜਿਹੇ ਡੱਬਿਆਂ ਵਿੱਚ ਸਫ਼ਰ ਕਰਨ ਲਈ ਆਪਣੀਆਂ ਮੁਸ਼ਕਲਾਂ ਦੀ ਸ਼ਿਕਾਇਤ ਕਈ ਵਾਰ ਕੀਤੀ, ਪਰ ਕਿਸੇ ਨੇ ਕੁਝ ਨਾ ਸੁਣਿਆ। ਕਈ ਵਾਰ ਝਗੜੇ ਵੀ ਹੋਏ, ਤੂੰ ਮੈਂ ਤੱਕ ਵੀ ਗੱਲ ਪੁੱਜ ਜਾਂਦੀ। ਕਈ ਵਾਰ ਤਾਂ ਕੇਵਲ ਆਮ ਡੱਬਿਆਂ ਵਿੱਚ ਬੈਠਣ ਤੋਂ ਹੀ ਸਾਡੇ ਭਰਾਵਾਂ ਨੂੰ ਨਾ ਰੋਕਿਆ ਜਾਂਦਾ, ਸਗੋਂ ਘਣੇ ਸੰਘਣੇ ਜੰਗਲਾਂ ਵਿੱਚ ਗੱਡੀ ਨੂੰ ਰੋਕ ਕੇ ਜ਼ਬਰਦਸਤੀ ਧੱਕੇ ਮਾਰ ਕੇ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਇਹ ਘਟਨਾ ਇੱਕ ਵੇਰ ਭਾਈ ਰਤਨ ਸਿੰਘ ਜੀ ਸਾਬਕਾ ਪ੍ਰਧਾਨ ਗਦਰ ਪਾਰਟੀ ਨਾਲ ਵੀ ਵਾਪਰੀ। ਉਹ ਪ੍ਰੈਜ਼ਵਿਲ ਤੋਂ ਕਲੂਸਾ ਨੂੰ ਜਾਣ ਵਾਲੀ ਬ੍ਰਾਂਚ ਲਾਈਨ ਦੇ ਇੱਕ ਡੱਬੇ ਵਿੱਚ ਸਫ਼ਰ ਕਰ ਰਹੇ ਸਨ। ਇੱਕ ਰੇਲਵੇ ਅਫਸਰ ਨੇ ਇਸ ਉੱਤੇ ਇਤਰਾਜ਼ ਕੀਤਾ,
ਭਾਈ ਰਤਨ ਸਿੰਘ ਜੀ ਨੇ ਆਪਣੇ ਧਾਰਮਿਕ ਨਿਸ਼ਚੇ ਨੂੰ ਚੰਗੀ ਤਰ੍ਹਾਂ ਪ੍ਰਗਟ ਵੀ ਕੀਤਾ ਅਤੇ ਉਸੇ ਕਮਰੇ ਵਿੱਚ ਬੈਠਣ ਲਈ ਜਿੱਦ ਕੀਤੀ, ਜਿਸ ਤੇ ਉੱਥੇ ਹੀ ਗੱਡੀ ਖੜੀ ਕਰਕੇ ਕੁਝ ਗੋਰਿਆਂ ਦੀ ਸਹਾਇਤਾ ਨਾਲ ਜ਼ਬਰਦਸਤੀ ਗੱਡੀ ਤੋਂ ਉਤਾਰ ਦਿੱਤਾ ਗਿਆ। ਆਪ ਨੇ ਉਸ ਰੇਲਵੇ ਅਫਸਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਉਦਮ ਵੀ ਕੀਤਾ, ਪਰ ਕੋਈ ਗਵਾਹ ਨਾ ਮਿਲਣ ਕਰਕੇ ਸਾਰਾ ਮਾਮਲਾ ਉੱਥੇ ਦਾ ਉੱਥੇ ਰਹਿ ਗਿਆ। ਇਸੇ ਤਰ੍ਹਾਂ ਈਸਾਈਆਂ ਦੇ ਦਸਤੂਰ ਮੁਤਾਬਕ ਅਮਰੀਕਾ ਸਮੇਤ ਯੂਰਪੀ ਮੁਲਕਾਂ ਵਿੱਚ ਅਦਾਲਤਾਂ ਦੇ ਅੰਦਰ ਸਤਿਕਾਰ ਵਜੋਂ ਟੋਪੀ ਉਤਾਰ ਕੇ ਬੈਠਣ ਦਾ ਰਿਵਾਜ ਹੈ। ਇਸ ਮੁਤਾਬਕ ਪਹਿਲੇ ਸਮਿਆਂ ਵਿੱਚ ਅਮਰੀਕਾ ਅੰਦਰ ਹਿੰਦੁਸਤਾਨੀਆਂ ਨੂੰ ਅਦਾਲਤਾਂ ਅੰਦਰ ਪਗੜੀ ਉਤਾਰ ਕੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਬਾਬਾ ਹਰਜਾਪ ਸਿੰਘ ਦੇ ਮੁਤਾਬਿਕ ਆਮ ਹਿੰਦੁਸਤਾਨੀ ਤਾਂ ਇਸ ਨੂੰ ਸ਼ਾਇਦ ਸਧਾਰਨ ਬੇਇੱਜ਼ਤੀ ਹੀ ਖਿਆਲ ਕਰੇ, ਪਰ ਸਿੱਖਾਂ ਲਈ ਸਿਰ ਉੱਤੇ ਦਸਤਾਰ ਰੱਖਣੀ ਓਨੀ ਹੀ ਪਵਿੱਤਰ ਹੈ ਜਿੰਨਾ ਯੂਰਪੀ ਲੋਕਾਂ ਲਈ ਅਦਾਲਤਾਂ ਦਾ ਸਤਿਕਾਰ। ਕਈ ਵੇਰ ਇਸ ਰਸਮ ਦੇ ਵਿਰੁੱਧ ਹਿੰਦੁਸਤਾਨੀਆਂ ਨੇ ਸਖਤ ਰੋਸ ਕੀਤਾ ਅਤੇ ਜੱਜਾਂ ਨੂੰ ਆਪਣਾ ਪੱਖ ਸਮਝਾਉਣ ਦੇ ਯਤਨ ਵੀ ਕੀਤੇ। ਕਿਤੇ ਕਿਤੇ ਕੋਈ ਚੰਗਾ ਜੱਜ ਹਿੰਦੁਸਤਾਨੀਆਂ ਦੀ ਇਸ ਮੰਗ ਨੂੰ ਮੰਨ ਜਾਂਦਾ, ਪਰ ਬਹੁਤੀ ਵੇਰ ਉਹਨਾਂ ਨੂੰ ਪਗੜੀ ਲਾਉਣ ਲਈ ਮਜਬੂਰ ਕੀਤਾ ਜਾਂਦਾ। ਜਦ ਕੋਈ ਹਿੰਦੁਸਤਾਨੀ ਪਗੜੀ ਲਾਉਣੀ ਨਾ ਮੰਨਦਾ ਤਾਂ ਪੁਲਿਸ ਜ਼ਬਰਦਸਤੀ ਅਜਿਹਾ ਕਰ ਦਿੰਦੀ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ ਅੰਦਰ ਹਿੰਦੁਸਤਾਨੀਆਂ ਨਾਲ ਅਮਰੀਕਾ ਅੰਦਰ ਹੁੰਦੇ ਨਸਲੀ ਭੇਦ ਭਾਵ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ। ਉਹਨਾਂ ਲਿਖਿਆ ਹੈ, ਇਕੇਰਾ ਇੱਕ ਹਿੰਦੁਸਤਾਨੀ ਜੈਂਟਲਮੈਨ ਮੈਨੂੰ ਮਿਨਾਰਕ ਮਿਲ ਵਿੱਚ ਮਿਲਣ ਆਏ। ਮੈਂ ਉਹਨਾਂ ਨੂੰ ਪੋਰਟਲੈਂਡ ਸ਼ਹਿਰ ਦਿਖਾਉਣ ਨਾਲ ਲੈ ਗਿਆ। ਉੱਥੇ ਸਾਨੂੰ ਫਿਰਦਿਆਂ ਤੁਰਦਿਆਂ ਦੁਪਹਿਰਾ ਹੋ ਗਿਆ ਅਤੇ ਪ੍ਰਸ਼ਾਦਾ ਛਕਣ ਦਾ ਵੇਲਾ ਪੁੱਗ ਗਿਆ। ਅਸੀਂ ਦੋਵੇਂ ਪ੍ਰਸ਼ਾਦਾ ਛਕਣ ਲਈ ਇੱਕ ਅਮਰੀਕਨ ਹੋਟਲ ਵਿੱਚ ਜਾ ਬੈਠੇ। ਜਦੋਂ ਸਾਨੂੰ ਬੈਠਿਆਂ ਢੇਰ ਚਿਰ ਹੋ ਗਿਆ ਪਰ ਹੋਟਲ ਦਾ ਕੋਈ ਸੇਵਾਦਾਰ ਸਾਡੇ ਪਾਸ ਨਾ ਆਇਆ ਤਾਂ ਅਸੀਂ ਇੱਕ ਨੌਕਰ ਨੂੰ ਸੱਦ ਕੇ ਖਾਣਾ ਲਿਆਉਣ ਲਈ ਆਖਿਆ। ਉਹ ਸੁਣ ਕੇ ਪਿਛਲੇ ਪੈਰੀ ਮੁੜ ਗਿਆ ਅਤੇ ਥੋੜ੍ਹੇ ਚਿਰ ਪਿੱਛੋਂ ਆ ਕੇ ਆਖਣ ਲੱਗਾ ਕਿ ਹੋਟਲ ਦਾ ਮੈਨੇਜਰ ਕਹਿੰਦਾ ਏ ਆਪ ਲੋਕ ਇੱਥੇ ਅੰਨ ਪਾਣੀ ਨਹੀਂ ਛਕ ਸਕਦੇ, ਆਪ ਨੂੰ ਇੱਥੇ ਪ੍ਰਸ਼ਾਦਾ ਛਕਣ ਦੀ ਆਗਿਆ ਦੇਵਾਂਗਾ ਤਾਂ ਸਾਰੇ ਗੋਰੇ ਮੇਰੇ ਹੋਟਲ ਨੂੰ ਬਾਈਕਾਟ ਕਰ ਦੇਣਗੇ। ਇਹ ਸੁਣ ਕੇ ਅਸੀਂ ਉੱਥੋਂ ਨਿਕਲ ਆਏ ਅਤੇ ਇੱਕ ਜਾਪਾਨੀ ਹੋਟਲ ਵਿੱਚ ਪ੍ਰਸ਼ਾਦਾ ਛਕਿਆ। ਬਾਬਾ ਭਕਨਾ ਵੱਲੋਂ ਆਪਣੇ ਸਿੱਖ ਭਰਾਵਾਂ ਨਾਲ ਰਲ ਕੇ ਵਪਾਰ ਕਰਨ ਦੀ ਕੀਤੀ ਗਈ ਕੋਸ਼ਿਸ਼ ਦਾ ਅਮਰੀਕੀ ਕੰਪਨੀਆਂ ਨੇ ਜੋ ਹਸ਼ਰ ਕੀਤਾ, ਉਸ ਦਾ ਦੁਖੀ ਲਹਿਜੇ ਵਿੱਚ ਵਰਣਨ ਕਰਦਿਆਂ ਬਾਬਾ ਜੀ ਨੇ ਇਹ ਨਿਚੋੜ ਕੱਢਿਆ, ਅਮਰੀਕਨ ਕੰਪਨੀਆਂ ਸਾਡੇ ਵਪਾਰ ਨੂੰ ਸਹਾਰ ਨਹੀਂ ਸਨ ਸਕਦੀਆਂ। ਉਹ ਨਹੀਂ ਸਨ ਚਾਹੁੰਦੀਆਂ ਕਿ ਹਿੰਦੁਸਤਾਨੀ ਵੀ ਆਪਣਾ ਵਪਾਰ ਅਮਰੀਕਾ ਵਿੱਚ ਫੈਲਾ ਸਕਣ। ਅੰਤ ਵਿੱਚ ਆਪਣੀ ਗੁਲਾਮੀ ਉੱਤੇ ਚਾਰ ਅੱਥਰੂ ਕੇਰਦਿਆਂ ਹੋਇਆਂ ਅਸੀਂ ਆਪਣੀ ਕੰਪਨੀ ਤੋੜ ਦਿੱਤੀ। ਇਸ ਠੋਕਰ ਦਾ ਮੇਰੇ ਦਿਲ ਪਰ ਬਹੁਤ ਅਸਰ ਹੋਇਆ ਅਤੇ ਮੈਂ ਚੰਗੀ ਤਰ੍ਹਾਂ ਸਮਝ ਗਿਆ ਭਈ ਗੁਲਾਮ ਕੌਮਾਂ ਲਿਆਕਤ ਰੱਖਦੀਆਂ ਹੋਈਆਂ ਵੀ ਸੰਸਾਰ ਵਿੱਚ ਵਪਾਰ ਆਦਿਕ ਕੁਝ ਨਹੀਂ ਕਰ ਸਕਦੀਆਂ। ਅੱਜ ਕੱਲ੍ਹ ਉਹ ਕੌਮਾਂ ਦੁਨੀਆ ਵਿੱਚ ਵਪਾਰ ਕਰ ਸਕਦੀਆਂ ਹਨ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਸਮਰੱਥਾ ਰੱਖਦੀਆਂ ਹਨ। ਵਪਾਰ ਵਾਂਗੂ ਹੀ ਖੇਤੀ ਵਿੱਚ ਵੀ ਹਿੰਦੁਸਤਾਨੀਆਂ ਨਾਲ ਸਰੀਹਣ ਭੇਦਭਾਵ ਵਰਤਿਆ ਗਿਆ। ਬਾਬਾ ਸੋਹਣ ਸਿੰਘ ਭਕਨਾ ਨੇ ਇਸ ਦਾ ਵੇਰਵਾ ਇਸ ਤਰ੍ਹਾਂ ਦਿੱਤਾ ਹੈ, ਜਦੋਂ ਹਿੰਦੁਸਤਾਨੀਆਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਕੁਝ ਰੁਪਏ ਜੋੜ ਕੇ ਓਰੇਗਨ, ਵਾਸ਼ਿੰਗਟਨ ਅਤੇ ਕੈਲੀਫੋਰਨੀਆ ਆਦਿਕ ਰਿਆਸਤਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿੱਚ ਕਿਰਸਾਨਾਂ ਦੀਆਂ ਛੋਟੀਆਂ-ਛੋਟੀਆਂ ਕੰਪਨੀਆਂ ਬਣਾ ਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਅਤੇ ਉਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ ਜਿਸ ਅਨੁਸਾਰ ਕੋਈ ਏਸ਼ੀਆਈ ਅਮਰੀਕਾ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਸੀ ਅਤੇ ਨਾ ਹੀ ਅਮਰੀਕਾ ਦਾ ਵਸਨੀਕ ਬਣ ਸਕਦਾ ਸੀ। ਇਹ ਕਾਨੂੰਨ ਜਾਪਾਨੀਆਂ ਅਤੇ ਹਿੰਦੁਸਤਾਨੀਆਂ ਦੀ ਅਮਰੀਕਾ ਵਿੱਚ ਵੱਧ ਰਹੀ ਉੱਨਤੀ ਨੂੰ ਰੋਕਣ ਲਈ ਘੜਿਆ ਗਿਆ ਸੀ। ਖੈਰ, ਜਾਪਾਨ ਆਜ਼ਾਦ ਮੁਲਕ ਹੋਣ ਕਰਕੇ ਉੱਤੇ ਤਾਂ ਇਸ ਦਾ ਕੀ ਅਸਰ ਹੋਣਾ ਸੀ, ਪਰ ਇਸ ਕਾਨੂੰਨ ਨੇ ਗੁਲਾਮ ਹਿੰਦੀਆਂ ਦੀ ਉੱਨਤੀ ਦਾ ਬੂਹਾ ਉੱਕਾ ਹੀ ਬੰਦ ਕਰ ਦਿੱਤਾ। ਹੁਣ ਉਹ ਮਜ਼ਦੂਰੀ ਤੋਂ ਬਿਨਾਂ ਹੋਰ ਕੋਈ ਸੁਤੰਤਰ ਕੰਮ ਨਹੀਂ ਸਨ ਕਰ ਸਕਦੇ, ਇੱਥੇ ਤੱਕ ਕਿ ਆਪਣੀ ਜ਼ਮੀਨ ਖਰੀਦ ਕੇ ਵਾਹੀ ਆਦਿਕ ਦਾ ਕੰਮ ਕਰਨ ਵੱਲੋਂ ਵੀ ਹੱਥਲ ਕਰਕੇ ਬਹਾ ਦਿੱਤੇ। ਵਪਾਰ ਅਤੇ ਵਾਹੀ ਤੋਂ ਛੁੱਟ ਹੁਣ ਸਾਡੀ ਮਜ਼ਦੂਰੀ ਵੀ ਅਮਰੀਕਨਾਂ
ਦੀਆਂ ਅੱਖਾਂ ਦਾ ਕੰਡਾ ਬਣ ਗਈ। ਉੱਥੋਂ ਦਾ ਮਜ਼ਦੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਹੱਥ ਧੋ ਕੇ ਪਿੱਛੇ ਪੈ ਗਿਆ। 1908 ਦੇ ਅਖੀਰ ਵਿੱਚ 2 ਲੱਕੜੀ ਦੇ ਕਾਰਖਾਨਿਆਂ ਵਿੱਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ-ਮਾਰ ਕੇ ਕੱਢ ਦਿੱਤਾ। ਇਹਨਾਂ ਕਾਰਖਾਨਿਆਂ ਦੇ ਨਾਮ ਅਲਬਰਟ ਅਤੇ ਵਿਲੀਅਮ ਸਨ। ਇਸ ਤੋਂ ਛੁੱਟ ਰੇਲ ਗੱਡੀਆਂ, ਹੋਟਲਾਂ, ਸੜਕਾਂ ਅਤੇ ਥੀਏਟਰਾਂ ਵਿੱਚ ਹੁਣ ਅਮਰੀਕਨ ਹਿੰਦੁਸਤਾਨੀਆਂ ਤੋਂ ਖੁੱਲ੍ਹੀ ਘਿਰਣਾ ਕਰਨ ਲੱਗ ਪਏ। ਨਸਲੀ ਵਿਤਕਰੇ ਦੀ ਸਮੱਸਿਆ ਦਾ ਵਰਗ ਵਿਸ਼ੇਸ਼ ਖਾਸਾ। ਰਾਸ਼ਟਰਵਾਦੀ ਬਿਰਤਾਂਤ ਅੰਦਰ ਨਸਲੀ ਵਿਤਕਰੇ ਨੂੰ ਸਾਰੇ ਭਾਰਤੀ ਆਵਾਸੀਆਂ ਦੀ ਸਾਂਝੀ ਸਮੱਸਿਆ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਇਸ ਨੇ ਹੀ ਸਾਰੇ ਭਾਰਤੀ ਆਵਾਸੀਆਂ ਨੂੰ ਇੱਕੋ ਤਰ੍ਹਾਂ ਪ੍ਰਭਾਵਿਤ ਕੀਤਾ, ਪਰੰਤੂ ਹਕੀਕਤ ਵਿੱਚ ਨਸਲੀ ਵਿਤਕਰੇ ਦਾ ਅਲੱਗ-ਅਲੱਗ ਵਰਗਾਂ ਉੱਤੇ ਵੱਖ-ਵੱਖ ਪ੍ਰਭਾਵ ਪਿਆ ਅਤੇ ਉਹਨਾਂ ਨੇ ਇਸ ਵਿਰੁੱਧ ਆਪੋ ਆਪਣੀ ਵਿਸ਼ੇਸ਼ਤਾ ਮੁਤਾਬਿਕ ਪ੍ਰਤੀਕਰਮ ਪ੍ਰਗਟਾਇਆ। ਸਿੱਖਾਂ ਨੂੰ ਆਪਣੇ ਨਿਵੇਕਲੇ ਸਰੂਪ ਕਰਕੇ ਦੂਸਰੇ ਧਰਮਾਂ ਦੇ ਹਿੰਦੁਸਤਾਨੀ ਆਵਾਸੀਆਂ ਨਾਲੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਿੰਦੂਆਂ ਅਤੇ ਮੁਸਲਮਾਨਾਂ ਨਾਲ ਜਿਹੜਾ ਵਿਤਕਰਾ ਹੁੰਦਾ ਸੀ, ਉਸ ਦਾ ਆਧਾਰ ਨਸਲੀ ਸੀ। ਉਹਨਾਂ ਲਈ ਸਰੂਪ ਦੀ ਕੋਈ ਸਮੱਸਿਆ ਨਹੀਂ ਸੀ। ਉਹਨਾਂ ਨੂੰ ਈਸਾਈ ਦਸਤੂਰ ਮੁਤਾਬਕ ਅਦਾਲਤਾਂ ਅੰਦਰ ਨੰਗੇ ਸਿਰ ਬੈਠਣ ਵਿੱਚ ਕੋਈ ਮਾਨਸਿਕ ਔਕੜ ਨਹੀਂ ਆਉਂਦੀ ਸੀ। ਇਸੇ ਤਰ੍ਹਾਂ ਉਹਨਾਂ ਨੂੰ ਰੇਲ ਗੱਡੀਆਂ ਅੰਦਰ ਤੰਬਾਕੂ ਪੀਣ ਵਾਲੇ ਲੋਕਾਂ ਵਿੱਚ ਬੈਠਣ ਵਿੱਚ ਵੀ ਓਨੀ ਤੰਗੀ ਨਹੀਂ ਸੀ ਹੁੰਦੀ ਜਿੰਨੀ ਸਿੱਖਾਂ ਨੂੰ ਹੁੰਦੀ ਸੀ। ਮਿੱਲਾਂ ਅੰਦਰ ਕੰਮ ਦੇਣ ਵਾਲੇ ਸਿੱਖਾਂ ਉੱਤੇ ਪਗੜੀ ਉਤਾਰ ਕੇ ਟੋਪੀਆਂ ਪਾਉਣ ਦੀ ਸ਼ਰਤ ਮੜੀ ਜਾਂਦੀ ਸੀ। 1907 ਵਿੱਚ ਵੈਨਕੂਵਰ ਤੋਂ ਕੁਝ ਸਿੰਘ ਕੰਮ ਦੀ ਭਾਲ ਵਿੱਚ ਸਰਹੱਦ ਨੇੜਲੇ ਅਮਰੀਕਾ ਦੇ ਸ਼ਹਿਰਾਂ ਕਸਬਿਆਂ ਵਿੱਚ ਜਾ ਪਹੁੰਚੇ। ਉਹਨਾਂ ਨੂੰ ਉੱਥੇ ਕੰਮ ਤਾਂ ਮਿਲ ਗਿਆ, ਪਰ ਮਾਲਕਾਂ ਨੇ ਸਿਰ ਉੱਤੇ ਪਗੜੀ ਦੀ ਬਜਾਏ ਟੋਪੀ ਪਹਿਨ ਕੇ ਕੰਮ ਕਰਨ ਦੀ ਸ਼ਰਤ ਲਾ ਦਿੱਤੀ ਸੀ। ਜਿਹੜੇ ਸਿੱਖ ਧਰਮ ਵਿੱਚ ਬਹੁਤੇ ਪਰਪੱਕ ਨਹੀਂ ਸਨ, ਉਹਨਾਂ ਅੰਦਰ ਰੁਜ਼ਗਾਰ ਦੇ ਲਾਲਚ ਵਿੱਚ ਸਿੱਖੀ ਸਰੂਪ ਦਾ ਤਿਆਗ ਕਰਨ ਦਾ ਰੁਝਾਨ ਪੈਦਾ ਹੋ ਗਿਆ ਸੀ। ਉਹ ਇੱਕ ਦੂਸਰੇ ਦੀ ਦੇਖਾ ਦੇਖੀ ਪਗੜੀਆਂ ਉਤਾਰ ਕੇ ਟੋਪੀਆਂ ਪਹਿਨਣ ਲੱਗ ਪਏ ਸਨ। ਸਿੱਖੀ ਸਰੂਪ ਨੂੰ ਗਹਿਰੀ ਨਜ਼ਰ ਨਾਲ ਦੇਖਣ ਵਾਲੇ ਕੈਨੇਡਾ ਅੰਦਰਲੇ ਕੁਝ ਆਰੀਆ ਸਮਾਜੀ ਤੱਤਾਂ ਨੇ ਇਸ ਸਥਿਤੀ ਦਾ ਫਾਇਦਾ ਲੈਂਦਿਆਂ ਹੋਇਆਂ ਸਿੱਖਾਂ ਅੰਦਰ ਪਤਿਤ ਹੋਣ ਦੀ ਰੁਚੀ ਨੂੰ ਵਿੰਗੇ ਟੇਢੇ ਢੰਗਾਂ ਨਾਲ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਵੈਨਕੂਵਰ ਦੇ ਨਜ਼ਦੀਕ ਮਿਲਸਾਈਡ ਕਾਰਖਾਨੇ ਦੇ ਉਦੇ ਰਾਮ ਨਾਂ ਦੇ ਇੱਕ ਬ੍ਰਾਹਮਣ ਅਫਸਰ ਨੇ ਸਿੰਘਾਂ ਦੀਆਂ ਪਗੜੀਆਂ ਉਤਾਰ ਕੇ ਟੋਪੀਆਂ ਪਵਾਉਣ ਦੀ ਚਾਲ ਚੱਲੀ, ਪਰ ਸਿੰਘਾਂ ਨੇ ਜਥੇਬੰਦ ਹੋ ਕੇ ਵਿਰੋਧ ਕੀਤਾ ਅਤੇ ਪੰਡਿਤ ਦੀ ਇਹ ਚਾਲ ਨਾਕਾਮ ਕਰ ਦਿੱਤੀ ਸੀ। ਇਸ ਤਰੀਕੇ ਨਾਲ ਹਿੰਦੁਸਤਾਨੀਆਂ ਅਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਸਿੱਖਾਂ ਦੇ ਸਾਹਮਣੇ ਨਸਲੀ ਵਿਤਕਰੇ ਤੋਂ ਛੁੱਟ ਆਪਣੇ ਨਿਆਰੇ ਸਰੂਪ ਨੂੰ ਬਚਾਉਣ, ਅਰਥਾਤ ਆਪਣੀ ਧਾਰਮਿਕ ਰਹਿਤ ਮਰਿਆਦਾ ਦੀ ਪਾਲਣਾ ਅਤੇ ਰੱਖਿਆ ਕਰਨ ਦੀ ਵਾਧੂ ਸਮੱਸਿਆ ਖੜੀ ਹੋ ਗਈ ਸੀ। ਉਹਨਾਂ ਨੇ ਇਸ ਸਮੱਸਿਆ ਦਾ ਟਾਕਰਾ ਆਪਣੇ ਵਿਸ਼ੇਸ਼ ਸੱਭਿਆਚਾਰਕ ਖਾਸੇ ਅਨੁਸਾਰ ਕੀਤਾ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਪੱਛਮੀ ਦੇਸ਼ਾਂ ਅੰਦਰ ਸਿੱਖਾਂ ਦੀ ਨਿਆਰੀ ਧਾਰਮਿਕ ਹਸਤੀ ਨੂੰ ਪੇਸ਼ ਆਉਣ ਵਾਲੇ ਖਤਰਿਆਂ ਨੂੰ ਅਗਾਊਂ ਭਾਂਪ ਲਿਆ ਸੀ। ਉਹ ਜਾਣ ਗਏ ਸਨ ਕਿ ਸਿੱਖਾਂ ਅੰਦਰ ਜੇਕਰ ਧਾਰਮਿਕ ਜਜ਼ਬਾ ਕਮਜ਼ੋਰ ਪੈ ਗਿਆ ਤਾਂ ਉਹ ਪੱਛਮੀ ਸਭਿਅਤਾ ਦੇ ਗੁਰਮਤ ਵਿਰੋਧੀ ਪ੍ਰਭਾਵਾਂ ਦੇ ਅਸਰਾਂ ਤੋਂ ਮਹਿਫੂਜ਼ ਨਹੀਂ ਰਹਿ ਸਕਣਗੇ। ਉਹਨਾਂ ਅੰਦਰ ਪੱਛਮੀ ਕੌਮਾਂ ਦੇ ਮੁਕਾਬਲੇ ਵਿੱਚ ਆਤਮਹੀਨਤਾ ਦਾ ਭਾਵ ਪੈਦਾ ਹੋ ਜਾਵੇਗਾ, ਜਿਸ ਕਰਕੇ ਉਹਨਾਂ ਅੰਦਰ ਪੱਛਮੀ ਲੋਕਾਂ ਦੀ ਨਕਲ ਕਰਨ ਦੀ ਪ੍ਰਵਿਰਤੀ ਜ਼ੋਰ ਫੜ ਜਾਵੇਗੀ। ਇਸ ਮਨੋਵਿਗਿਆਨਿਕ ਦਬਾਅ ਹੇਠ ਉਹ ਆਪਣਾ ਨਿਆਰਾ ਸਰੂਪ ਨਹੀਂ ਸੰਭਾਲ ਸਕਣਗੇ। ਉਹ ਆਪਣੇ ਕਕਾਰਾਂ ਦੀ ਰੱਖਿਆ ਨਹੀਂ ਕਰ ਸਕਣਗੇ। ਉਹਨਾਂ ਅੰਦਰ ਮੋਨੇ ਹੋਣ ਦਾ ਰੁਝਾਨ ਪ੍ਰਫੁੱਲਤ ਹੋ ਜਾਵੇਗਾ। ਜਦੋਂ ਸਿੱਖ ਗੁਰੂਆਂ ਵੱਲੋਂ ਬਖਸ਼ੇ ਸਰੂਪ ਦਾ ਸਵੈ ਇੱਛਾ ਨਾਲ ਤਿਆਗ ਕਰਨ ਦਾ ਆਤਮਘਾਤੀ ਰਾਹ ਅਖਤਿਆਰ ਕਰ ਲੈਣ ਤਾਂ ਉਹ ਆਤਮਿਕ ਤੌਰ ਤੇ ਨਿਰਜਿੰਦ ਹੋ ਜਾਣਗੇ। ਉਹ ਗੁਰੂ ਦੀ ਮਿਹਰ ਤੋਂ ਵਾਂਝੇ ਹੋ ਜਾਣਗੇ। ਜਦੋਂ ਸਿੱਖਾਂ ਦਾ ਸਰੂਪ ਨਿਆਰਾ ਨਾ ਰਿਹਾ ਤਾਂ ਉਹਨਾਂ ਦਾ ਅਮਲ ਵੀ ਨਿਆਰਾ ਨਹੀਂ ਰਹੇਗਾ। ਉਹ ਭੀੜ ਦਾ ਹਿੱਸਾ ਬਣ ਜਾਣਗੇ। ਸੰਤ ਅਤਰ ਸਿੰਘ ਜੀ ਇਸ ਤੌਖਲੇ ਨਿਰਮੂਲ ਨਹੀਂ ਸਨ। ਇੰਗਲੈਂਡ ਅਤੇ ਅਮਰੀਕਾ, ਕੈਨੇਡਾ ਅੰਦਰ ਸਿੱਖ ਸੱਭਿਆਚਾਰਕ ਅਤੇ ਮਨੋਵਿਗਿਆਨਿਕ ਦਬਾਅ ਹੇਠ ਆ ਕੇ ਵੱਡੀ ਸੰਖਿਆ ਵਿੱਚ ਕਕਾਰਾਂ ਦਾ ਤਿਆਗ ਕਰਨ ਲੱਗ ਪਏ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਖੁਦ ਮੰਨਿਆ ਕਿ
ਜਿਵੇਂ ਅੱਧ-ਪਚੱਧੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਸਫਾ ਚੱਟ ਹੋ ਜਾਂਦੇ ਹਨ, ਉਸੀ ਤਰ੍ਹਾਂ ਉਹ ਵੀ ਅਮਰੀਕਾ ਪਹੁੰਚਣ ਤੋਂ ਬਾਅਦ ਕੁਸੰਗਤ ਦੇ ਅਸਰ ਹੇਠ ਉਸੇ ਰੰਗ ਵਿੱਚ ਰੰਗੇ ਗਏ ਸਨ। ਪਰ ਛੇਤੀ ਹੀ ਉਹਨਾਂ 'ਤੇ ਵਾਹਿਗੁਰੂ ਦੀ ਕਿਰਪਾ ਹੋਈ ਅਤੇ ਉਹ 6 ਮਹੀਨਿਆਂ ਬਾਅਦ ਮੁੜ ਸਾਬਤ ਸੂਰਤ ਹੋ ਗਏ ਸਨ। ਇਸੇ ਤਰ੍ਹਾਂ ਭਾਈ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਕੁਸੰਗਤ ਦਾ ਅਸਰ ਕਬੂਲ ਕਰ ਲਿਆ ਸੀ ਅਤੇ ਹੋਰਨਾਂ ਦੀ ਰੀਸੇ ਉਸ ਨੇ ਵੀ ਕੇਸ ਕਟਵਾ ਦਿੱਤੇ ਸਨ। ਇਸ ਖਤਰੇ ਦੇ ਸਨਮੁਖ ਸੰਤ ਅਤਰ ਸਿੰਘ ਜੀ ਨੂੰ ਇਹ ਆਤਮਬੋਧ ਹੋ ਗਿਆ ਸੀ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ ਹੋਂਦ ਨੂੰ ਸਿਰਫ ਤੇ ਸਿਰਫ ਗੁਰਦੁਆਰੇ ਹੀ ਬਚਾ ਸਕਣਗੇ। ਇਸੇ ਕਰਕੇ ਜਦੋਂ ਪ੍ਰੋਫੈਸਰ ਤੇਜਾ ਸਿੰਘ ਜੀ ਸੰਤ ਅਤਰ ਸਿੰਘ ਜੀ ਦੇ ਆਦੇਸ਼ ਮੁਤਾਬਕ 1909 ਈਸਵੀ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲਈ ਵਿਦੇਸ਼ ਨੂੰ ਰਵਾਨਾ ਹੋਣ ਲੱਗੇ ਤਾਂ ਸੰਤ ਜੀ ਨੇ ਉਹਨਾਂ ਨੂੰ ਇਹ ਉਚੇਚੀ ਹਦਾਇਤ ਕੀਤੀ ਸੀ ਕਿ ਜਿੱਥੇ ਵੀ ਜਾਣਾ ਹੈ ਉੱਥੇ ਜਾ ਕੇ ਸਿੱਖਾਂ ਨੂੰ ਗੁਰਦੁਆਰੇ ਉਸਾਰਨ ਲਈ ਜ਼ਰੂਰ ਪ੍ਰੇਰਿਤ ਕਰਨਾ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਪ੍ਰਦੇਸ਼ਾਂ ਵਿੱਚ ਸਿੱਖਾਂ ਦੀ ਹੋਂਦ ਅਤੇ ਹਸਤੀ ਨੂੰ ਬਚਾਉਣ ਅਤੇ ਪ੍ਰਫੁੱਲਤ ਕਰਨ ਲਈ ਗੁਰਦੁਆਰਿਆਂ ਦੀ ਮਹੱਤਤਾ ਜਤਾਉਂਦਿਆਂ ਲਿਖਿਆ ਹੈ, ਕੈਨੇਡਾ ਅਤੇ ਅਮਰੀਕਾ ਦੇ ਹਿੰਦੀਆਂ ਵਿੱਚ ਲਗਭਗ 100 ਪਿੱਛੋਂ 90 ਪੰਜਾਬੀ ਸਿੱਖ ਸਨ ਜੋ ਕੁਦਰਤੀ ਤੌਰ ਪਰ ਹੀ ਅਕਸਰ ਦਲੇਰ ਅਤੇ ਬਹਾਦਰ ਹੁੰਦੇ ਹਨ। ਘਾਟਾ ਸਿਰਫ ਇੰਨਾ ਸੀ ਕਿ ਇਹਨਾਂ ਨੂੰ ਜਥੇਬੰਦੀ ਦੀ ਇੱਕ ਲੜੀ ਵਿੱਚ ਪਰੋਣ ਲਈ ਲਾਇਕ ਲੀਡਰ ਨਹੀਂ ਸਨ ਮਿਲਦੇ। ਹੋਰਨਾਂ ਹਿੰਦੁਸਤਾਨੀਆਂ ਦੇ ਮੁਕਾਬਲੇ ਸਿੱਖਾਂ ਅੰਦਰ ਇੱਕ ਬੜੀ ਭਾਰੀ ਸਿਫਤ ਇਹ ਹੈ ਕਿ ਇਸ ਨਿਗਰੀ ਦਸ਼ਾ ਵਿੱਚ ਵੀ ਜਿੱਥੇ-ਜਿੱਥੇ ਟਾਪੂਆਂ ਵਿੱਚ ਉਹ ਲੋਕ ਗਏ ਉੱਥੇ ਹੀ ਉਹਨਾਂ ਨੇ ਸਿੱਖ ਗੁਰਦੁਆਰੇ ਵੀ ਕਾਇਮ ਕਰ ਦਿੱਤੇ। ਰੰਗੂਨ, ਪਿਨਾਂਗ, ਸਿੰਗਾਪੁਰ, ਹਾਂਗਕਾਂਗ, ਸ਼ੰਘਾਈ, ਕੈਨੇਡਾ, ਅਮਰੀਕਾ ਆਦਿ ਵਿੱਚ ਗੱਲ ਕੀ ਜਿੱਥੇ-ਜਿੱਥੇ ਵੀ ਸਿੱਖ ਹਨ ਉੱਥੇ-ਉੱਥੇ ਹੀ ਗੁਰਦੁਆਰਿਆਂ ਪਰ ਖਾਲਸਾਈ ਝੰਡੇ ਝੂਲ ਰਹੇ ਹਨ। ਇਹਨਾਂ ਗੁਰਦੁਆਰਿਆਂ ਦਾ ਸਿਰਫ ਸਿੱਖਾਂ ਨੂੰ ਹੀ ਲਾਭ ਨਹੀਂ ਹੈ, ਸਗੋਂ ਹਰ ਹਿੰਦੁਸਤਾਨੀ ਜੋ ਵੀ ਇਹਨਾਂ ਟਾਪੂਆਂ ਦੀ ਯਾਤਰਾ ਕਰਦਾ ਏ ਬਗੈਰ ਕਿਸੇ ਜਾਤ-ਪਾਤ ਦੇ ਲਿਹਾਜ਼ ਦੇ ਬਿਨਾਂ ਰੋਕ-ਟੋਕ ਉਹਨਾਂ ਗੁਰਦੁਆਰਿਆਂ ਵਿੱਚ ਜਾ ਕੇ ਕਈ-ਕਈ ਦਿਨਾਂ ਤੱਕ ਵਿਸਰਾਮ ਕਰਦਾ ਏ। ਟੱਬਰ ਸਮੇਤ ਪ੍ਰਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਲਈ ਤਾਂ ਖਾਸ ਕਰਕੇ ਇਹੋ ਗੁਰਦੁਆਰੇ ਉਹਨਾਂ ਦੇ ਪਾਣਪੱਤ ਦੇ ਰਾਖੇ ਹੁੰਦੇ ਹਨ, ਕਿਉਂ ਜੋ ਟੱਬਰਦਾਰ ਮੁਸਾਫਿਰ ਨੂੰ ਵੱਖਰਾ ਕਮਰਾ ਮਿਲ ਜਾਂਦਾ ਏ ਜਿੱਥੇ ਉਹ ਘਰ ਵਾਂਗੂ ਨਿਸ਼ਚਿੰਤ ਹੋ ਕੇ ਟਿਕ ਸਕਦਾ ਏ। ਲੰਗਰ ਆਦਿਕ ਸਜਾਉਣ ਦਾ ਵੀ ਗੁਰਦੁਆਰੇ ਵਿੱਚ ਸੋਹਣਾ ਪ੍ਰਬੰਧ ਹੁੰਦਾ ਏ। ਲਾਇਬ੍ਰੇਰੀ ਵੀ ਹਰ ਇੱਕ ਗੁਰਦੁਆਰੇ ਵਿੱਚ ਅਕਸਰ ਹੁੰਦੀ ਹੈ ਜਿੱਥੋਂ ਮੁਸਾਫਿਰਾਂ ਨੂੰ ਪੁਸਤਕਾਂ ਅਤੇ ਅਖਬਾਰ ਪੜ੍ਹਨ ਲਈ ਮਿਲ ਜਾਂਦੇ ਨੇ। ਮੁਸਾਫਿਰਾਂ ਨੂੰ ਸੁੱਖ ਪਹੁੰਚਾਉਣ ਤੋਂ ਬਿਨਾਂ ਇਹ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਖਿਆਲਾਂ ਅਤੇ ਉਹਨਾਂ ਦੇ ਚਾਲ ਚੱਲਣ ਨੂੰ ਵੀ ਬਹੁਤ ਹੱਦ ਤੱਕ ਦਰੁਸਤ ਰੱਖਦੇ ਸਨ। ਜਥੇਬੰਦੀ ਵਿੱਚ ਵੀ ਬਹੁਤ ਸਹਾਈ ਹੁੰਦੇ ਸਨ। ਇਹੋ ਕਾਰਨ ਸੀ ਕਿ ਕੈਨੇਡਾ ਵਿੱਚ ਅਮਰੀਕਨ ਸਿੱਖਾਂ ਨਾਲੋਂ ਪਹਿਲਾਂ ਹੀ ਜਾਗ੍ਰਿਤ ਆ ਗਈ ਸੀ ਅਤੇ ਜਥੇਬੰਦੀ ਹੋ ਗਈ ਸੀ। ਜਦੋਂ ਸੰਤ ਤੇਜਾ ਸਿੰਘ ਜੀ ਕੈਨੇਡਾ ਪੁੱਜੇ ਸਨ ਤਾਂ ਉਦੋਂ ਉੱਥੇ ਗੁਰਦੁਆਰਾ ਕਮੇਟੀ ਕਾਇਮ ਸੀ ਅਤੇ ਉਸ ਵਿੱਚ ਭਾਈ ਭਾਗ ਸਿੰਘ ਜੀ ਅਤੇ ਭਾਈ ਬਲਵੰਤ ਸਿੰਘ ਜੀ ਸੇਵਾ ਕਰ ਰਹੇ ਸਨ, ਜਿਨ੍ਹਾਂ ਦੇ ਸਹਾਰੇ ਸੰਤ ਜੀ ਨੂੰ ਕੰਮ ਕਰਨ ਵਿੱਚ ਸੌਖ ਹੋਇਆ। ਪ੍ਰੋਫੈਸਰ ਤੇਜਾ ਸਿੰਘ ਜੀ ਨੇ 2 ਸਾਲ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਅੱਗੇ ਹੋਰ ਪੜ੍ਹਾਈ ਲਈ 1908 ਈਸਵੀ ਵਿੱਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਜਿਵੇਂ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਜ਼ਿਕਰ ਕੀਤਾ ਹੈ, ਪ੍ਰੋਫੈਸਰ ਤੇਜਾ ਸਿੰਘ ਦੇ ਅਮਰੀਕਾ ਪੁੱਜਣ ਤੋਂ ਪਹਿਲਾਂ ਹੀ ਕੈਨੇਡਾ ਦੇ ਸਿੱਖਾਂ ਨੇ ਵੈਨਕੂਵਰ ਵਿਖੇ ਗੁਰਦੁਆਰਾ ਸਾਹਿਬ ਉਸਾਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਵੈਨਕੂਵਰ ਸ਼ਹਿਰ ਵਿੱਚ ਸਿੰਘਾਂ ਨੇ ਇੱਕ ਮਕਾਨ ਕਿਰਾਏ ਉੱਤੇ ਲੈ ਕੇ ਹੀ ਵੇਲਾ ਟਪਾਊ ਗੁਰਦੁਆਰਾ ਸਜਾਇਆ ਹੋਇਆ ਸੀ। ਸਪਤਾਹਿਕ ਜੋੜ ਮੇਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਾ ਹੋਣ ਕਰਕੇ 5 ਗ੍ਰੰਥੀ ਪੋਥੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਉਸੇ ਵੇਲੇ ਵੀ ਸਿੱਖਾਂ ਦੀ ਇੱਕ ਹੋਰ ਕਮੇਟੀ ਬਣੀ ਹੋਈ ਸੀ ਜੋ ਗੁਰਮਤਿ ਦਾ ਪ੍ਰਚਾਰ ਕਰਦੀ ਸੀ। ਸਹਿਜਧਾਰੀ ਸਿੱਖਾਂ ਦਾ ਹਿੰਦੂਆਂ ਨੂੰ ਸਿਗਰਟ ਪੀਣੋਂ ਅਤੇ ਹੋਰ ਮਨਮੱਤਾਂ ਛੁਡਾ ਕੇ ਅੰਮ੍ਰਿਤਧਾਰੀ ਸਿੰਘ ਸਜਾਉਂਦੀ ਸੀ। ਜੋ ਦੇਸੋਂ ਸਿੱਖੀ ਤੋਂ ਅਣਜਾਣ ਲੋਕ ਆਉਂਦੇ ਸਨ ਉਹਨਾਂ ਨੂੰ ਇਹ ਕਮੇਟੀ ਪ੍ਰਚਾਰ ਕਰਕੇ ਅੰਮ੍ਰਿਤ ਛਕਾਉਂਦੀ। ਇਸ ਤਰ੍ਹਾਂ ਹਜ਼ਾਰਾਂ
ਸਿੰਘ ਸੱਜ ਗਏ। ਇਹਨਾਂ ਸਿੰਘਾਂ ਨੇ ਹੀ ਪੰਜਾਬ ਵਿੱਚ ਸਿੱਖ ਸਕੂਲਾਂ ਅਤੇ ਧਾਰਮਿਕ ਸਥਾਨਾਂ ਨੂੰ ਮਾਇਕ ਸਹਾਇਤਾ ਭੇਜੀ। ਨਵੇਂ ਅਤੇ ਪੁਰਾਣੇ ਅੰਮ੍ਰਿਤਧਾਰੀ ਸਿੰਘ ਗੁਰਦੁਆਰਾ ਬਣਾਉਣ ਲਈ ਮਾਇਆ ਇਕੱਠੀ ਕਰਦੇ ਰਹੇ। ਸਪਤਾਹਿਕ ਦੀਵਾਨਾਂ ਵਿੱਚ ਵੀ ਉਗਰਾਹੀ ਹੁੰਦੀ ਸੀ। ਗੁਰਮਤਿ ਦਾ ਪ੍ਰਚਾਰ ਪੂਰੇ ਜ਼ੋਰ ਨਾਲ ਹੁੰਦਾ ਸੀ। ਜ਼ਮੀਨ ਖਰੀਦਣ ਪਿੱਛੋਂ ਕਮੇਟੀ ਨੇ ਹਰ ਹਫ਼ਤੇ ਗੁਰਦੁਆਰੇ ਦੀ ਇਮਾਰਤ ਲਈ ਦੀਵਾਨਾਂ ਵਿੱਚ ਅਤੇ ਦੂਰ ਦਰੇਡੇ ਤੁਰ ਫਿਰ ਕੇ ਸਿੰਘਾਂ ਨੂੰ ਪ੍ਰੇਰ ਕੇ ਚੰਦੇ ਲਿਖਣੇ ਉਗਰਾਉਣੇ ਆਰੰਭੇ। ਥੋੜ੍ਹੇ ਦਿਨਾਂ ਵਿੱਚ ਹੀ ਗੁਰਦੁਆਰਾ ਬਣਾਉਣ ਲਈ ਜ਼ਮੀਨ ਦੀ ਆਪਣੇ ਹੱਥੀਂ ਸਫਾਈ ਕਰਨ ਦਾ ਗੁਰਮਤਾ ਸੋਧਿਆ। ਇਹ ਗੁਰਮਤਾ 22 ਜੁਲਾਈ 1906 ਨੂੰ ਸੋਧਿਆ ਗਿਆ। ਸੇਵਾ ਕਰਨ ਵਾਲੇ ਸਿੰਘਾਂ ਨੇ ਆਪਣੇ ਨਾਮ ਲਿਖਵਾਏ ਅਤੇ ਥੋੜ੍ਹੇ ਦਿਨਾਂ ਵਿੱਚ ਹੀ ਗੁਰਦੁਆਰੇ ਵਾਲੀ ਜ਼ਮੀਨ ਦੀ ਸਫਾਈ ਹੋ ਗਈ। 19 ਜਨਵਰੀ 1908 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦਾ ਆਰੰਭ ਧੂਮ ਧੜੱਕੇ ਨਾਲ ਕੀਤਾ ਗਿਆ। ਅਕਤੂਬਰ 1908 ਵਿੱਚ ਪ੍ਰੋਫੈਸਰ ਤੇਜਾ ਸਿੰਘ ਨੂੰ ਵੈਨਕੂਵਰ ਦੀ ਸੰਗਤ ਨੇ ਧਰਮ ਪ੍ਰਚਾਰ ਲਈ ਕੈਨੇਡਾ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਉਹਨਾਂ ਨੇ ਉੱਥੇ ਕੁਝ ਹਫ਼ਤੇ ਰਹਿ ਕੇ ਵੈਨਕੂਵਰ ਅਤੇ ਇਸ ਦੇ ਆਂਢ ਗੁਆਂਢ ਵਿੱਚ ਧਰਮ ਪ੍ਰਚਾਰ ਕੀਤਾ। ਇਸ ਉਪਰੰਤ ਉਹ ਸਿਆਟਲ, ਪੋਰਟਲੈਂਡ ਅਤੇ ਸਾਨ ਫਰਾਂਸਿਸਕੋ ਦੇ ਰਸਤੇ ਨਿਊਯਾਰਕ ਵਾਪਸ ਚਲੇ ਗਏ। ਪਰ ਥੋੜ੍ਹੇ ਹੀ ਦਿਨਾਂ ਬਾਅਦ ਉਹਨਾਂ ਨੇ ਫਿਰ ਇੱਕ ਵਿਸ਼ੇਸ਼ ਕਾਰਨਾਂ ਕਰਕੇ ਵੈਨਕੂਵਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਸ ਵੇਲੇ ਕੈਨੇਡਾ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਦੀ ਸਲਾਹ ਨਾਲ ਸਿੱਖਾਂ ਨੂੰ ਕੈਨੇਡਾ ਵਿੱਚੋਂ ਬਾਹਰ ਕੱਢਣ ਦੀ ਇੱਕ ਖਤਰਨਾਕ ਜੁਗਤ ਬਣਾਈ। ਕੈਨੇਡਾ ਵਿੱਚ ਵਸੇ ਹਿੰਦੁਸਤਾਨੀਆਂ ਨੂੰ ਚੰਗੇ ਭਵਿੱਖ ਦਾ ਲਾਰਾ ਲਾ ਕੇ ਸਵੈ ਇੱਛਾ ਨਾਲ ਬਰਤਾਨਵੀ ਰਾਜ ਹੇਠਲੇ ਹਾਂਡੂਰਸ ਨਾਂ ਦੇ ਟਾਪੂ ਵਿੱਚ ਜਾ ਵਸਣ ਦੀ ਲੁਭਾਉਣੀ ਪੇਸ਼ਕਸ਼ ਕੀਤੀ ਗਈ। ਗੋਰੇ ਹਾਕਮਾਂ ਨੂੰ ਉਮੀਦ ਸੀ ਕਿ ਹਿੰਦੁਸਤਾਨੀ ਹਾਂਡੂਰਸ ਵਿੱਚ ਜਾ ਕੇ ਆਪੇ ਭੁੱਖ ਨਾਲ, ਬਿਮਾਰੀ ਨਾਲ ਮਰ ਮੁੱਕ ਜਾਣਗੇ ਅਤੇ ਇਸ ਢੰਗ ਨਾਲ ਸੱਪ ਵੀ ਮਰ ਜਾਵੇਗਾ ਅਤੇ ਸੋਟੀ ਵੀ ਨਹੀਂ ਟੁੱਟੇਗੀ। ਕੈਨੇਡਾ ਸਰਕਾਰ ਦੀ ਹਿੰਦੁਸਤਾਨੀ ਅਵਾਸੀਆਂ ਬਾਰੇ ਇਹ ਮੰਦਭਾਵਨਾ ਇਸ ਨਸਲਵਾਦੀ ਸੋਚ ਦੀ ਉਪਜ ਸੀ ਕਿ ਹਿੰਦੁਸਤਾਨੀ ਅਵਾਸੀਆਂ ਦੀ ਕੈਨੇਡਾ ਅੰਦਰ ਕੋਈ ਮਲਕੀਅਤ ਨਹੀਂ, ਉਹ ਕਿਸੇ ਜ਼ਮੀਨ ਜਾਇਦਾਦ ਦੇ ਮਾਲਕ ਨਹੀਂ, ਜਿਸ ਕਰਕੇ ਉਹ ਕੈਨੇਡਾ ਦੇ ਨਾਗਰਿਕ ਬਣਨ ਦੇ ਹੱਕਦਾਰ ਨਹੀਂ। ਕੈਨੇਡਾ ਦੇ ਨਾਗਰਿਕ ਨਾ ਹੋਣ ਕਰਕੇ ਉਹ ਕੈਨੇਡਾ ਸਰਕਾਰ ਦੇ ਰਹਿਮੋ ਕਰਮ ਉੱਤੇ ਹੀ ਕੈਨੇਡਾ ਵਿੱਚ ਰਹਿ ਸਕਦੇ ਹਨ ਅਤੇ ਸਰਕਾਰ ਜਦੋਂ ਜੀ ਚਾਹੇ ਉਹਨਾਂ ਨੂੰ ਬਾਹਰ ਕੱਢ ਸਕਦੀ ਹੈ। ਪ੍ਰੋਫੈਸਰ ਤੇਜਾ ਸਿੰਘ ਦੇ ਵੈਨਕੂਵਰ ਪਹੁੰਚਣ ਅਤੇ ਸਿੱਖ ਭਰਾਵਾਂ ਨੇ ਉਹਨਾਂ ਨੂੰ ਗੋਰਿਆਂ ਦੀ ਇਸ ਨਾਕਸ ਸੋਚ ਅਤੇ ਘਾਤਕ ਚਾਲ ਤੋਂ ਜਾਣੂ ਕਰਵਾਇਆ। ਉਹਨਾਂ ਨੇ ਪ੍ਰੋਫੈਸਰ ਸਾਹਿਬ ਅੱਗੇ ਆਪਣੇ ਮਨ ਦੀ ਹੂਕ ਇਸ ਤਰ੍ਹਾਂ ਪ੍ਰਗਟ ਕੀਤੀ, ਇੱਕ ਦਿਨ ਗੋਰੇ ਸਾਨੂੰ ਭੇਡਾਂ ਵਾਂਗੂ ਵਲ ਕੇ ਜਹਾਜ਼ ਚਾੜ ਬ੍ਰਿਟਿਸ਼ ਹਾਂਡੂਰਸ ਵਿੱਚ ਜਾ ਸੁੱਟਣਗੇ ਅਤੇ ਸਾਡੇ ਮਗਰੋਂ ਸਾਡੇ ਪ੍ਰਾਣਾਂ ਤੋਂ ਪਿਆਰਾ ਗੁਰਦੁਆਰਾ ਉਜਾੜ ਦੇਣਗੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਉਖਾੜ ਦੇਣਗੇ। ਪ੍ਰੋਫੈਸਰ ਤੇਜਾ ਸਿੰਘ ਨੇ ਇਹ ਸਾਰੀ ਮਿੱਥਿਆ ਸੁਣ ਕੇ ਸਿੱਖ ਵੀਰਾਂ ਨੂੰ ਹੌਸਲਾ ਦਿੱਤਾ ਅਤੇ ਆਖਿਆ, ਘਬਰਾਓ ਨਹੀਂ, ਸਤਿਗੁਰ ਭਲੀ ਕਰਨਗੇ। ਉਹਨਾਂ ਨੇ ਸੁਝਾਅ ਦਿੱਤਾ ਕਿ ਇੱਕ ਮਾਈਨਿੰਗ ਐਂਡ ਟਰੱਸਟ ਕੰਪਨੀ ਰਜਿਸਟਰ ਕਰਵਾਈ ਜਾਵੇ ਅਤੇ ਵੈਨਕੂਵਰ ਵਿਖੇ ਗੁਰੂ ਨਾਨਕ ਟਾਊਨ ਵਸਾਉਣ ਵਾਸਤੇ ਭਰਾਵਾਂ ਲਈ ਜ਼ਮੀਨ ਖਰੀਦੀ ਜਾਵੇ ਤਾਂ ਜੋ ਉਹਨਾਂ ਕੋਲ ਕੈਨੇਡਾ ਅੰਦਰ ਮਾਲਕੀ ਦੇ ਹੱਕ ਆ ਜਾਵਣ ਅਤੇ ਉਹ ਨਾਗਰਿਕਤਾ ਦਾ ਦਾਅਵਾ ਕਰ ਸਕਣ। ਅਗਲੇ ਹੀ ਦਿਨ ਪ੍ਰੋਫੈਸਰ ਤੇਜਾ ਸਿੰਘ ਨੇ ਵਕੀਲ ਕੋਲ ਜਾ ਕੇ ਕੰਪਨੀ ਦੇ ਨਿਯਮ ਤਿਆਰ ਕੀਤੇ ਅਤੇ ਹਫ਼ਤੇ ਦੇ ਅੰਦਰ ਅੰਦਰ ਹੀ ਇਸ ਨੂੰ ਰਜਿਸਟਰ ਕਰਾ ਲਿਆ। ਇਸ ਤੋਂ ਇਲਾਵਾ ਕੈਨੇਡਾ ਦੀ ਸਰਕਾਰ ਨੇ ਆਮ ਲੋਕਾਂ ਅੰਦਰ ਸਿੱਖਾਂ ਨੂੰ ਬਦਨਾਮ ਕਰਨ ਲਈ ਜਿਹੜਾ ਝੂਠਾ ਪ੍ਰੋਪੇਗੈਂਡਾ ਕੀਤਾ ਸੀ, ਉਹਨਾਂ ਨੂੰ ਬੇਅਸਰ ਕਰਨ ਲਈ ਵੈਨਕੂਵਰ ਸ਼ਹਿਰ ਦੇ ਇੱਕ ਵੱਡੇ ਹਾਲ ਵਿੱਚ ਪ੍ਰੋਫੈਸਰ ਤੇਜਾ ਸਿੰਘ ਨੇ ਹਫ਼ਤੇ ਵਿੱਚ ਹੀ 2-3 ਪ੍ਰਭਾਵਸ਼ਾਲੀ ਲੈਕਚਰ ਕੀਤੇ, ਜਿਨ੍ਹਾਂ ਵਿੱਚ ਸਿੱਖ ਧਰਮ ਦੇ ਅਸੂਲਾਂ ਅਤੇ ਗੁਰੂ ਸਾਹਿਬਾਨ ਦੇ ਰੂਹਾਨੀ ਉਪਦੇਸ਼ਾਂ ਅਤੇ ਜੀਵਨ ਅਮਲਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਸਾਰੇ ਦਿਨ ਹਾਲ ਖਚਾ-ਖਚ ਭਰਿਆ ਰਿਹਾ ਅਤੇ ਸਰੋਤਿਆਂ ਵਿੱਚ ਵੱਡੀ ਬਹੁਗਿਣਤੀ ਗੋਰਿਆਂ ਦੀ ਸੀ। ਇਹ ਲੈਕਚਰ ਇੰਨੇ ਅਸਰਦਾਰ ਸਾਬਿਤ ਹੋਏ ਕਿ ਨਾ ਸਿਰਫ ਮੌਕੇ 'ਤੇ ਮੌਜੂਦ ਗੋਰੇ-ਗੋਰੀਆਂ ਪ੍ਰੋਫੈਸਰ ਤੇਜਾ ਸਿੰਘ ਦੀ ਲਿਆਕਤ ਅਤੇ ਸਿੱਖ ਧਰਮ ਦੇ ਉੱਚੇ ਅਤੇ ਸੁੱਚੇ ਅਸੂਲਾਂ ਦੇ ਕਾਇਲ ਹੋ ਗਏ ਸਨ, ਬਲਕਿ ਕੈਨੇਡਾ ਦੇ ਸਾਰੇ ਵੱਡੇ ਅਖ਼ਬਾਰਾਂ ਨੇ ਇਹਨਾਂ ਲੈਕਚਰਾਂ ਦੀਆਂ ਪ੍ਰਸ਼ੰਸਾਮਈ
ਖਬਰਾਂ ਤਸਵੀਰਾਂ ਸਮੇਤ ਛਾਪੀਆਂ। ਇਸ ਤਰੀਕੇ ਨਾਲ ਕੈਨੇਡਾ ਦੇ ਆਮ ਲੋਕਾਂ ਦੇ ਮਨਾਂ ਅੰਦਰ ਸਿੱਖਾਂ ਬਾਰੇ ਪੈਦਾ ਕੀਤੇ ਗਏ ਤੁਅੱਸਬ ਦੂਰ ਹੋਣੇ ਸ਼ੁਰੂ ਹੋ ਗਏ। ਦਰਜਨਾਂ ਦੀ ਸੰਖਿਆ ਵਿੱਚ ਗੋਰੇ ਗੋਰੀਆਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਬਣ ਗਏ। ਇਸ ਉਪਰੰਤ ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ਦਾ ਭਰਵਾਂ ਇਕੱਠ ਹੋਇਆ ਅਤੇ ਉਹਨਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਗੁਰਮਤਾ ਪਾਸ ਕੀਤਾ ਕਿ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਸਾਏ ਹੇਠ ਕੈਨੇਡਾ ਵਿੱਚ ਹੀ ਰਹਾਂਗੇ ਅਤੇ ਸਰਕਾਰੀ ਚਾਲ ਅਧੀਨ ਕਿਸੇ ਹੋਰ ਦੇਸ਼ ਵਿੱਚ ਨਹੀਂ ਜਾਵਾਂਗੇ। ਇਹ ਖਬਰਾਂ ਕੈਨੇਡਾ ਅਤੇ ਅਮਰੀਕਾ ਦੇ ਅਖਬਾਰਾਂ ਵਿੱਚ ਛਪ ਗਈਆਂ, ਜਿਨ੍ਹਾਂ ਨੂੰ ਪੜ੍ਹ ਕੇ ਕੈਲੀਫੋਰਨੀਆ ਦੀ ਸੰਗਤ ਨੇ ਪ੍ਰੋਫੈਸਰ ਤੇਜਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ ਦੀਆਂ ਸੰਗਤਾਂ ਨੂੰ ਵੀ ਜ਼ਰੂਰ ਦਰਸ਼ਨ ਦੇਣ ਅਤੇ ਉਹਨਾਂ ਨੂੰ ਵੀ ਆਪਣੇ ਰੌਸ਼ਨ ਵਿਚਾਰਾਂ ਤੋਂ ਜਾਣੂ ਕਰਵਾਉਣ। ਅਮਰੀਕਾ ਕੈਨੇਡਾ ਅੰਦਰ ਧਰਮ ਪ੍ਰਚਾਰ। ਪ੍ਰੋਫੈਸਰ ਤੇਜਾ ਸਿੰਘ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਹਫ਼ਤੇ ਕੁ ਭਰ ਲਈ ਕੈਲੀਫੋਰਨੀਆ ਵਿੱਚ 1-2 ਜਗ੍ਹਾ ਲੈਕਚਰ ਕੀਤੇ ਅਤੇ ਵਾਪਸ ਮੁੜਦਿਆਂ ਰਾਹ ਵਿੱਚ ਇੱਕ ਰਾਤ ਪੋਰਟਲੈਂਡ ਵਿਖੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਕੋਲ ਗੁਜ਼ਾਰੀ। ਬਾਬਾ ਭਕਨਾ ਉਸ ਵਕਤ ਆਪਣੇ ਕਾਫੀ ਸਾਰੇ ਸਾਥੀਆਂ ਸਮੇਤ ਲੱਕੜੀ ਦੀ ਇੱਕ ਵੱਡੀ ਮਿੱਲ, ਜਿਸ ਦਾ ਨਾਂ ਮੁਨਾਰਕ ਮਿੱਲ ਸੀ, ਵਿੱਚ ਕੰਮ ਕਰਦੇ ਸਨ। ਇਸ ਮਿੱਲ ਵਿੱਚ 200-250 ਦੇ ਕਰੀਬ ਹਿੰਦੁਸਤਾਨੀ ਕੰਮ ਕਰਦੇ ਸਨ, ਜਿਨ੍ਹਾਂ 'ਚੋਂ ਵੱਡੀ ਸੰਖਿਆ ਸਿੱਖਾਂ ਦੀ ਸੀ। ਭਾਈ ਊਧਮ ਸਿੰਘ ਕਸੇਲ ਵੀ ਇਸੇ ਮਿੱਲ ਵਿੱਚ ਕੰਮ ਕਰਦੇ ਸਨ। ਮੁਨਾਰਕ ਮਿੱਲ ਵਿੱਚ ਕੰਮ ਕਰਦੇ ਸਾਰੇ ਸਿੱਖ ਭਰਾ ਇਕੱਠੇ ਸਾਂਝੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਅਤੇ ਕਾਰਖਾਨੇ ਵੱਲੋਂ ਹੀ ਮਿਲੇ ਹੋਏ ਇੱਕ ਕਮਰੇ ਵਿੱਚ ਛੋਟੀ ਬੀੜ ਪ੍ਰਕਾਸ਼ ਕਰਾ ਕੇ ਸਤਸੰਗ ਵੀ ਕਰਿਆ ਕਰਦੇ ਸਨ। ਰਾਤ ਨੂੰ ਸਿੰਘਾਂ ਨੇ ਪ੍ਰੋਫੈਸਰ ਤੇਜਾ ਸਿੰਘ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਅਗਲੇ ਦਿਨ ਸਵੇਰੇ ਸਤਿਗੁਰ ਦੀ ਹਜ਼ੂਰੀ ਵਿੱਚ ਦੀਵਾਨ ਸਜਿਆ। ਵਾਪਸ ਵੈਨਕੂਵਰ ਪੁੱਜਣ ਤੋਂ ਬਾਅਦ ਪ੍ਰੋਫੈਸਰ ਤੇਜਾ ਸਿੰਘ ਨੇ ਹੋਰਨਾਂ ਗੁਰਸਿੱਖਾਂ ਨੂੰ ਨਾਲ ਲੈ ਕੇ ਕੈਨੇਡਾ ਅਤੇ ਅਮਰੀਕਾ ਅੰਦਰ ਅੰਮ੍ਰਿਤ ਪ੍ਰਚਾਰ ਦਾ ਪਹਿਲਾ ਦੌਰਾ ਆਰੰਭ ਕੀਤਾ। ਭਾਈ ਵਰਿਆਮ ਸਿੰਘ ਉਰਫ ਸੁੰਦਰ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਹਰੀ ਸਿੰਘ ਚੋਟੀਆਂ ਅਤੇ ਭਾਈ ਵਰਿਆਮ ਸਿੰਘ ਨੱਥੋਵਾਲ ਦੇ ਜਥੇ ਸਮੇਤ ਪ੍ਰੋਫੈਸਰ ਤੇਜਾ ਸਿੰਘ ਸਭ ਤੋਂ ਪਹਿਲਾਂ ਵਿਕਟੋਰੀਆ ਪੁੱਜੇ। ਭਾਈ ਬਲਵੰਤ ਸਿੰਘ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇੱਕ ਬੀੜ ਇੱਕ ਬੈਂਤ ਦੀ ਟੋਕਰੀ ਵਿੱਚ ਬੜੇ ਅਦਬ ਨਾਲ ਫੜੀ ਹੋਈ ਸੀ। ਪ੍ਰੋਫੈਸਰ ਤੇਜਾ ਸਿੰਘ ਦੇ ਕਥਾ ਕੀਰਤਨ ਅਤੇ ਗੁਰਬਾਣੀ ਵਿਖਿਆਨ ਨੇ ਵਿਕਟੋਰੀਆ ਦੇ ਸਿੱਖਾਂ ਦੇ ਹਿਰਦਿਆਂ ਅੰਦਰ ਸਿੱਖੀ ਪਿਆਰ ਦੀਆਂ ਐਸੀਆਂ ਤਰੰਗਾਂ ਛੇੜ ਦਿੱਤੀਆਂ ਕਿ ਉਹਨਾਂ ਨੇ ਤੁਰੰਤ ਜ਼ਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਮਤਾ ਪਾਸ ਕਰ ਦਿੱਤਾ ਅਤੇ 2 ਕੁ ਸਾਲਾਂ ਅੰਦਰ ਹੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਖੜੀ ਕਰ ਦਿੱਤੀ। ਮਿਸਟਰ ਰਾਬਰਟ ਵਿਲੀਅਮ ਕਲਾਰਕ ਨਾਂ ਦੇ ਜਿਸ ਏਜੰਟ ਰਾਹੀਂ ਗੁਰਦੁਆਰਾ ਸਾਹਿਬ ਲਈ ਜ਼ਮੀਨ ਖਰੀਦੀ ਗਈ ਸੀ, ਉਹ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਉਸ ਦੀ ਪਤਨੀ ਦੀ ਬੇਨਤੀ ਪਰ ਵਿਕਟੋਰੀਆ ਵਿਖੇ ਸ਼ਹਿਰ ਦੇ ਉੱਘੇ ਹਾਲ ਵਿੱਚ ਪ੍ਰੋਫੈਸਰ ਤੇਜਾ ਸਿੰਘ ਜੀ ਦੇ ਲੈਕਚਰ ਦਾ ਪ੍ਰਬੰਧ ਕੀਤਾ ਗਿਆ, ਜਿਸ ਨੂੰ ਸੁਣ ਕੇ ਕਈ ਗੋਰੇ ਗੋਰੀਆਂ ਗੁਰੂ ਘਰ ਦੇ ਸ਼ਰਧਾਲੂ ਬਣ ਗਏ। ਵਿਕਟੋਰੀਆ ਤੋਂ ਇਹ ਜਥਾ ਪਾਸਪੋਰਟ ਲੈ ਕੇ ਅਮਰੀਕਾ ਦੇ ਸ਼ਹਿਰ ਸਿਆਟਲ ਚਲਾ ਗਿਆ। ਉੱਥੇ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਹਿੰਦੁਸਤਾਨੀ ਪੜ੍ਹਦੇ ਸਨ। ਪ੍ਰੋਫੈਸਰ ਤੇਜਾ ਸਿੰਘ ਨੇ ਯੂਨੀਵਰਸਿਟੀ ਵਿੱਚ ਇੱਕ ਲੈਕਚਰ ਕਰਨ ਤੋਂ ਇਲਾਵਾ ਸਾਰੇ ਵੀਰਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਉੱਥੇ ਇਹ ਜਥਾ ਓਰੇਗਨ ਸਟੇਟ ਵਿੱਚ ਪੋਰਟਲੈਂਡ ਚਲਾ ਗਿਆ। ਉੱਥੇ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਹੋਰਨਾਂ ਸਿੱਖ ਵੀਰਾਂ ਨਾਲ ਰਲ ਕੇ ਜਥੇ ਦਾ ਨਿੱਘਾ ਸਵਾਗਤ ਕੀਤਾ। ਇੱਕ ਹਫ਼ਤਾ ਜਥਾ ਇੱਥੇ ਟਿਕਿਆ ਅਤੇ ਬਹੁਤ ਸਾਰੇ ਵੀਰਾਂ ਨੇ ਬੜੇ ਪ੍ਰੇਮ ਅਤੇ ਸ਼ਰਧਾ ਭਾਵ ਨਾਲ ਅੰਮ੍ਰਿਤਪਾਨ ਕੀਤਾ। ਪੋਰਟਲੈਂਡ ਤੋਂ ਇਹ ਜਥਾ ਕੈਲੀਫੋਰਨੀਆ ਦੀ ਸੰਗਤ ਦੇ ਸੱਦੇ ਉੱਤੇ ਪਲੀਜ਼ੈਂਟਲ ਪੁੱਜਾ। ਉੱਥੇ ਹਫ਼ਤਾ ਭਰ ਪ੍ਰੇਮ ਭਰਿਆ ਸਤਸੰਗ ਹੋਇਆ ਅਤੇ ਵੱਡੀ ਗਿਣਤੀ ਵਿੱਚ ਸਿੱਖ ਵੀਰਾਂ ਨੇ ਅੰਮ੍ਰਿਤ ਛਕਿਆ। ਉਸ ਵੇਲੇ ਭਾਈ ਪ੍ਰਤਾਪ ਸਿੰਘ ਜੀ, ਜਿਹੜੇ ਬਾਅਦ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣੇ, ਉੱਥੋਂ ਨੇੜੇ ਹੀ ਇੱਕ ਨਵੀਂ ਬਣਦੀ ਰੇਲਵੇ ਲਾਈਨ ਵਿੱਚ ਮਜ਼ਦੂਰੀ ਕਰਦੇ ਸਨ। ਉਹਨਾਂ ਨੇ ਵੀ ਜਥੇ ਨੂੰ ਆਉਣ ਦਾ ਸੱਦਾ ਦਿੱਤਾ। ਉਹਨਾਂ ਪਾਸ ਕੁਝ ਦਿਨ ਠਹਿਰ ਕੇ ਜਥੇ ਨੇ ਸਤਸੰਗ ਕੀਤਾ ਅਤੇ ਬਹੁਤ ਸਾਰੇ ਵੀਰਾਂ ਨੂੰ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਵਿਕਟੋਰੀਆ ਅਤੇ ਅਮਰੀਕਾ ਦੇ ਕੁਝ ਥਾਵਾਂ 'ਤੇ ਸੈਂਕੜੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਜਥਾ ਵਾਪਸ ਵੈਨਕੂਵਰ ਪਹੁੰਚ ਗਿਆ।
ਤੀਜੇ ਕੁ ਦਿਨ ਐਤਵਾਰ ਨੂੰ ਸੰਗਤ ਭਾਰੀ ਗਿਣਤੀ ਵਿੱਚ ਲਗਭਗ 5-6 ਹਜ਼ਾਰ ਗੁਰਦੁਆਰਾ ਸਾਹਿਬ ਵਿਖੇ ਇਕੱਤਰਿਤ ਹੋਈ। ਕਥਾ ਕੀਰਤਨ ਤੋਂ ਬਾਅਦ ਭਾਈ ਬਲਵੰਤ ਸਿੰਘ ਜੀ ਨੇ ਜਥੇ ਦੀ ਸਾਰੀ ਰਿਪੋਰਟ ਸੰਗਤ ਨੂੰ ਸੁਣਾਈ। ਵੀਰਾਂ ਵਿੱਚ ਅੰਮ੍ਰਿਤ ਪ੍ਰਚਾਰ ਦੀ ਖਬਰ ਸੁਣ ਕੇ ਹਰ ਇੱਕ ਸਿੱਖ ਦਾ ਹਿਰਦਾ ਖਿੜ ਗਿਆ। ਸਾਰਿਆਂ ਨੂੰ ਉਤਸ਼ਾਹ ਹੋਇਆ ਕਿ ਜਿਹੜੇ ਭਰਾ ਕੈਨੇਡਾ ਵਿੱਚ ਅਜੇ ਰਹਿਤ ਬਹਿਤ ਤੋਂ ਹੀਣੇ ਹਨ, ਉਹ ਵੀ ਤਿਆਰ ਹੋ ਜਾਣ। ਇਸ ਗੁਰਮਤਿ ਅਨੁਸਾਰ ਕੈਨੇਡਾ ਵਿੱਚ ਵੀ ਅੰਮ੍ਰਿਤ ਪ੍ਰਚਾਰ ਦੀ ਲਹਿਰ ਚੱਲ ਪਈ। ਵੈਨਕੂਵਰ, ਮਿਲਸਾਈਡ, ਪੋਰਟ ਮੁੰਡੀ, ਐਬਟਸਫੋਰਡ, ਜਿੱਥੇ-ਜਿੱਥੇ ਸਿੱਖ ਸੰਗਤਾਂ ਸਨ, ਬਹੁਤ ਸਾਰੇ ਵੀਰਾਂ ਨੇ ਅੰਮ੍ਰਿਤ ਛਕਿਆ। ਪ੍ਰਚਾਰ ਦਾ ਵਾਧਾ ਅਤੇ ਹੋਰ ਸਾਰੀ ਹਾਲਤ ਦਾ ਵਿਚਾਰ ਕਰਕੇ ਜਥੇਬੰਦੀ ਦੀ ਲੋੜ ਪ੍ਰਤੀਤ ਹੋਈ। ਇਹਨਾਂ ਦਿਨਾਂ ਵਿੱਚ ਹੀ ਖਾਲਸਾ ਦੀਵਾਨ ਵੈਨਕੂਵਰ ਦੇ ਨਿਯਮ ਅਤੇ ਉਪ ਨਿਯਮ ਬਣਾ ਕੇ ਇਸ ਨੂੰ ਰਜਿਸਟਰ ਕਰਾਇਆ ਗਿਆ। ਕੈਨੇਡਾ ਵਿੱਚ ਗੁਰਮਤਿ ਪ੍ਰਚਾਰ ਨੇ ਇੱਥੋਂ ਤੱਕ ਉੱਨਤੀ ਕੀਤੀ, ਜਿੱਥੇ-ਜਿੱਥੇ ਵੀ ਕਾਰਖਾਨਿਆਂ ਵਿੱਚ ਜਾਸਤੀ ਸਿੰਘ ਸਨ, ਉੱਥੇ-ਉੱਥੇ ਗੁਰਦੁਆਰੇ ਕਾਇਮ ਹੋ ਗਏ। ਅਨੇਕਾਂ ਢਿੱਲੇ ਹੋ ਚੁੱਕੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ। ਕੌਮੀ ਉੱਨਤੀ ਅਤੇ ਏਕਤਾ ਦੇ ਖਿਆਲ ਆਮ ਭਾਈਆਂ ਦੇ ਮਨਾਂ ਵਿੱਚ ਵਾਸਾ ਕਰ ਗਏ। ਗੁਰਸਿੱਖੀ ਦਾ ਪ੍ਰਚਾਰ ਕੈਨੇਡਾ ਵਿੱਚ ਬਹੁਤ ਹੋਇਆ। ਹੁੱਕਾ ਪੀਣ ਵਾਲੇ ਅਤੇ ਸਿਰ ਮੂੰਹ ਮੁੰਨੇ ਸ਼ਰਾਬੀ ਕਬਾਬੀ ਵੀ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ। ਮੋਨਾ ਲਹਿਰ ਦੇ ਆਗੂਆਂ ਨੇ ਅਮਰੀਕਾ ਵਿੱਚ ਮਾਇਆ ਦਾ ਲਾਲਚ ਦੇ ਕੇ ਲਾਲਚੀਆਂ ਦੇ ਟੋਪੀਆਂ ਪਵਾਈਆਂ ਸਨ। ਕੈਨੇਡਾ ਵਿੱਚ ਇਹਨਾਂ ਦਾ ਜ਼ੋਰ ਨਹੀਂ ਸੀ ਪੈਂਦਾ ਅਤੇ ਅਮਰੀਕਾ ਵਿੱਚ ਕੋਈ ਸਿੱਖ ਧਾਰਮਿਕ ਸੁਸਾਇਟੀ ਨਹੀਂ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਸੱਚਾਈ ਅਤੇ ਤਿਆਗ ਨੇ ਕੁਝ ਮਹੀਨਿਆਂ ਵਿੱਚ ਹੀ ਉਹ ਕਰਕੇ ਦਿਖਾ ਦਿੱਤਾ ਕਿ ਉਸ ਦੇ ਵੈਰੀਆਂ ਨੂੰ ਕਦੀ ਆਸ ਤੱਕ ਨਹੀਂ ਸੀ ਪਈ ਇਹ ਵੀ ਇਹੋ ਜਿਹਾ ਕੰਮ ਕਰ ਸਕਣਗੇ। ਗੁਰਦੁਆਰਾ ਕਮੇਟੀ ਨੇ ਆਪਣੇ ਕੰਮ ਦੀ ਬਰਕਤ ਨਾਲ ਕੈਨੇਡਾ ਵਾਸੀ ਵਿਰੋਧੀ ਗੋਰਿਆਂ ਦੇ ਮੂੰਹ ਬੰਦ ਕਰ ਦਿੱਤੇ। ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਿਤ ਹੋ ਕੇ ਅਮਰੀਕਾ ਦੇ ਸਿੱਖ ਅਵਾਸੀਆਂ ਦੇ ਮਨਾਂ ਵਿੱਚ ਵੀ ਇਹ ਸੂਖਮ ਅਹਿਸਾਸ ਪ੍ਰਫੁੱਲਿਤ ਹੋ ਗਿਆ ਸੀ ਕਿ ਇੱਕ ਕੇਂਦਰੀ ਗੁਰਦੁਆਰੇ ਦੀ ਉਸਾਰੀ ਬਗੈਰ ਅਮਰੀਕਾ ਦੀ ਧਰਤੀ ਤੇ ਸਿੱਖਾਂ ਦੀ ਹੋਂਦ ਨਹੀਂ ਬਚਾਈ ਜਾ ਸਕਦੀ। ਅਮਰੀਕਾ ਅੰਦਰ ਜਿਉਂ-ਜਿਉਂ ਅੰਮ੍ਰਿਤ ਪ੍ਰਚਾਰ ਦੀ ਲਹਿਰ ਰਾਹੀਂ ਗੁਰਮਤਿ ਚੇਤਨਾ ਦਾ ਪਸਾਰਾ ਹੁੰਦਾ ਗਿਆ, ਤਿਉਂ-ਤਿਉਂ ਇਹ ਸੁਪਨਾ ਹਕੀਕਤ ਵਿੱਚ ਬਦਲਦਾ ਗਿਆ। ਅਮਰੀਕਾ ਦੀ ਧਰਤੀ ਤੇ ਸਟਾਕਟਨ ਸ਼ਹਿਰ ਦਾ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋਫੈਸਰ ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਹੁਰਾਂ ਦੀ ਹਿੰਮਤ ਅਤੇ ਪਹਿਲ ਕਦਮੀ ਨਾਲ ਨੇਪਰੇ ਚੜ੍ਹਿਆ ਸੀ। ਬਾਬਾ ਵਿਸਾਖਾ ਸਿੰਘ ਅਤੇ ਬਾਬਾ ਜਵਾਲਾ ਸਿੰਘ ਨੇ 1908-9 ਵਿੱਚ ਅਮਰੀਕਾ ਜਾ ਕੇ ਕੈਲੀਫੋਰਨੀਆ ਵਿੱਚ ਸਟਾਕਟਨ ਦੇ ਨੇੜੇ ਹੋਲਟਵਿਲ ਵਿਖੇ ਹਜ਼ਾਰਾਂ ਏਕੜ ਦਾ ਫਾਰਮ ਠੇਕੇ ਤੇ ਲੈ ਕੇ ਆਲੂਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਨਾਂ ਨੂੰ ਉੱਥੇ ਉਸ ਵੇਲੇ ਵਿੱਚ ਆਲੂਆਂ ਦੇ ਬਾਦਸ਼ਾਹ ਪੋਟੈਟੋ ਕਿੰਗ ਕਿਹਾ ਜਾਂਦਾ ਸੀ। ਪਿੱਛੋਂ ਜਾ ਕੇ ਉਹਨਾਂ ਨਾਲ ਭਾਈ ਸੰਤੋਖ ਸਿੰਘ ਧਰਦਿਓ ਵੀ ਜੁੜ ਗਏ। ਪ੍ਰੋਫੈਸਰ ਤੇਜਾ ਸਿੰਘ ਨੇ ਇਹਨਾਂ ਗੁਰਮੁਖਾਂ ਦੀ ਰਹਿਣੀ ਬਹਿਣੀ ਦਾ ਜ਼ਿਕਰ ਕਰਦੇ ਲਿਖਿਆ ਹੈ ਕਿ ਉਹ ਆਪਣੇ ਹੱਥੀਂ ਬਣਾਏ ਲੱਕੜੀ ਦੇ ਘਰਾਂ ਵਿੱਚ ਰਹਿੰਦੇ ਸਨ। ਇਹਨਾਂ ਸੱਜਣਾਂ ਦੀ ਰਹੁ ਰੀਤ, ਕਿਰਿਆ ਅਤੇ ਮਰਿਆਦਾ ਪੁਰਾਣੇ ਗੁਰਸਿੱਖਾਂ ਦੇ ਜੀਵਨ ਦੀ ਇੱਕ ਪ੍ਰਤੱਖ ਝਾਕੀ ਸੀ। ਮਾਈ ਭਾਈ ਦਾ ਭੈਣ ਭਰਾਵਾਂ ਵਾਂਗੂ ਇਕੱਠੇ ਰਹਿਣਾ ਅਤੇ ਕਿਰਤ ਕਰਕੇ ਵੰਡ ਛਕਣਾ ਗੁਰਮਤ ਮੀਤ ਚੱਲੋ ਗੁਰ ਚਾਲੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਹਨਾਂ ਦੇ ਫਾਰਮਾਂ ਨੂੰ ਭਾਈਆਂ ਦਾ ਡੇਰਾ ਕਿਹਾ ਜਾਣ ਲੱਗਾ, ਜਿੱਥੇ ਕੋਈ ਵੀ ਲੋੜਵੰਦ ਬਿਨਾਂ ਕਿਸੇ ਧਰਮ ਤੇ ਜਾਤ ਦਾ ਭੇਦ ਕੀਤਿਆਂ ਜਦ ਚਾਹੇ ਅੰਨ ਪਾਣੀ ਛਕ ਸਕਦਾ ਅਤੇ ਜਿੰਨੇ ਦਿਨ ਮਰਜ਼ੀ ਵਿਸ਼ਰਾਮ ਕਰ ਸਕਦਾ ਸੀ। ਡੇਰੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਪ੍ਰਕਾਸ਼ ਕੀਤੇ ਹੋਏ ਸਨ ਅਤੇ ਉਹਨਾਂ ਦੀ ਪਾਵਨ ਹਜ਼ੂਰੀ ਵਿੱਚ ਨੇਮ ਨਾਲ ਸਤਸੰਗ ਹੋਇਆ ਕਰਦਾ ਸੀ। 1910 ਦੇ ਅਖੀਰ ਜਿਹੇ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਹਜ਼ਾਰਾ ਸਿੰਘ ਆਦਿ ਨੇ ਰਲ ਕੇ ਸਲਾਹ ਕੀਤੀ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਲ ਕੇ ਸਟਾਕਟਨ
ਸ਼ਹਿਰ ਵਿਖੇ ਗੁਰਦੁਆਰਾ ਸਾਹਿਬ ਉਸਾਰਿਆ ਜਾਵੇ। ਇਸ ਨੇਕ ਮਨੋਰਥ ਨੂੰ ਮੁੱਖ ਰੱਖਦੇ ਹੋਏ 27 ਦਸੰਬਰ 1911 ਨੂੰ ਪੋਹ ਸੁਦੀ 7ਵੀਂ ਦੇ ਮੁਬਾਰਕ ਦਿਹਾੜੇ ਤੇ ਹੋਲਟ ਫਾਰਮ ਉੱਤੇ ਦਸਮ ਪਾਤਸ਼ਾਹ ਦਾ ਜਨਮ ਪੁਰਬ ਪੂਰੀ ਧੂਮ-ਧਾਮ ਨਾਲ ਮਨਾਉਣ ਦਾ ਫੈਸਲਾ ਹੋਇਆ। ਨੇੜੇ ਤੇੜੇ ਵਸਦੇ ਸਾਰੇ ਧਰਮਾਂ ਦੇ ਹਿੰਦੁਸਤਾਨੀ ਭਰਾਵਾਂ ਨੂੰ ਬਹੁਤ ਦਿਨ ਪਹਿਲਾਂ ਹੀ ਬਕਾਇਦਾ ਸੱਦਾ ਪੱਤਰ ਭੇਜੇ ਗਏ। ਉਸ ਸਮਾਗਮ ਉੱਤੇ ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਗੁਰਮਤਾ ਪਾਸ ਹੋਇਆ। ਇਸ ਮੰਤਵ ਲਈ ਸੰਗਤਾਂ ਕੋਲੋਂ ਮਾਇਆ ਉਘਰਾਉਣ ਵਾਸਤੇ ਇੱਕ ਕਮੇਟੀ ਮੁਕਰਰ ਕੀਤੀ ਗਈ। ਇਸ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਤਾਰਾ ਸਿੰਘ, ਭਾਈ ਬਾਵਾ ਸਿੰਘ ਆਦਿ ਗੁਰਮੁਖ ਸ਼ਾਮਿਲ ਕੀਤੇ ਗਏ। ਗੁਰਮਤਾ ਹੋਣ ਦੀ ਦੇਰ ਸੀ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈ। ਬਾਬਾ ਵਿਸਾਖਾ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਭਾਈ ਤਾਰਾ ਸਿੰਘ ਅਤੇ ਭਾਈ ਬਾਵਾ ਸਿੰਘ ਆਦਿ ਨੇ ਫਾਰਮਾਂ ਵਿੱਚ ਫਿਰ ਕੇ ਬੜੇ ਪ੍ਰੇਮ ਨਾਲ ਉਗਰਾਹੀ ਕੀਤੀ। ਥੋੜ੍ਹੇ ਹੀ ਦਿਨਾਂ ਮਗਰੋਂ ਇੱਕ ਬੜਾ ਖੁੱਲ੍ਹਾ ਜ਼ਮੀਨ ਦਾ ਟੁਕੜਾ, ਜਿਸ ਵਿੱਚ ਇੱਕ ਸੁੰਦਰ ਕੋਠੀ ਅਤੇ ਪੌਣ ਨਾਲ ਪਾਣੀ ਕੱਢਣ ਵਾਲੀ ਮਸ਼ੀਨ ਲੱਗੀ ਹੋਈ ਸੀ, $3400 ਤੋਂ ਗੁਰਦੁਆਰਾ ਸਾਹਿਬ ਨਿਮਿਤ ਮੁੱਲ ਲਿਆ ਗਿਆ। ਪਿੱਛੋਂ ਇਸੇ ਹੀ ਜਗ੍ਹਾ ਤੇ ਖਾਲਸਾ ਜੀ ਨੇ $20,000 ਖਰਚ ਕੇ ਬੜੀ ਸੋਹਣੀ ਇਮਾਰਤ ਗੁਰਦੁਆਰਾ ਸਾਹਿਬ ਲਈ ਬਣਾਈ ਅਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੁਲਾਇਆ। ਗੁਰਦੁਆਰੇ ਵਿੱਚ ਆਏ ਗਏ ਵਾਸਤੇ ਲੰਗਰ ਵੀ ਖੁੱਲ੍ਹਾ ਗਿਆ। ਕਈ ਗਰੀਬ ਗੋਰੇ ਵੀ ਔਂਕੜ ਵੇਲੇ ਗੁਰੂ ਦੀ ਦੇਗ ਵਿੱਚੋਂ ਪ੍ਰਸ਼ਾਦਾ ਛਕਣ ਲੱਗ ਪਏ। ਹੁਣ ਇਲਾਕੇ ਵਿੱਚ ਕਈ ਜਗ੍ਹਾ ਅੰਮ੍ਰਿਤ ਪ੍ਰਚਾਰ ਹੋਇਆ। ਬਹੁਤ ਸਾਰੇ ਵੀਰ ਰਹਿਤ ਬਹਿਤ ਵਿੱਚ ਪ੍ਰਪੱਕ ਹੋ ਗਏ। ਇਸ ਤਰੀਕੇ ਨਾਲ ਸਿੱਖਾਂ ਨੇ ਕੈਨੇਡਾ ਅਤੇ ਅਮਰੀਕਾ ਅੰਦਰ ਆਪਣੀ ਨਿਆਰੀ ਹੋਂਦ ਅਤੇ ਹਸਤੀ ਦੀ ਰੱਖਿਆ ਕਰਨ ਲਈ ਧਰਮ ਪ੍ਰਚਾਰ ਦੀ ਪੁਰਜ਼ੋਰ ਲਹਿਰ ਚਲਾਈ। ਹਿੰਦੁਸਤਾਨ ਦੇ ਕਿਸੇ ਹੋਰ ਧਾਰਮਿਕ ਫਿਰਕੇ, ਹਿੰਦੂਆਂ ਜਾਂ ਮੁਸਲਮਾਨਾਂ ਨੇ ਅਜਿਹਾ ਨਹੀਂ ਕੀਤਾ। ਕਾਰਨ ਇਹ ਕਿ ਸਿੱਖਾਂ ਨੂੰ ਛੱਡ ਕੇ ਹੋਰ ਕਿਸੇ ਧਾਰਮਿਕ ਵਰਗ ਦਾ ਆਪਣੇ ਵਿਲੱਖਣ ਸਰੂਪ ਨਾਲ ਇਤਨਾ ਗੂੜ੍ਹਾ ਪ੍ਰੇਮ ਨਹੀਂ ਹੈ। ਨਸਲੀ ਭੇਦ-ਭਾਵ ਬਾਰੇ ਸਿੱਖ ਅਤੇ ਹਿੰਦੂ ਦ੍ਰਿਸ਼ਟੀਕੋਣ ਦਾ ਵਖਰੇਵਾਂ। ਨਸਲੀ ਭੇਦ-ਭਾਵ ਬਾਰੇ ਸਿੱਖਾਂ ਅਤੇ ਹਿੰਦੂਆਂ ਦੇ ਨਜ਼ਰੀਏ ਵਿੱਚ ਅਹਿਮ ਫਰਕ ਹੈ। ਸਿੱਖ ਧਰਮ ਮਨੁੱਖੀ ਬਰਾਬਰੀ ਦੇ ਸਿਧਾਂਤ ਵਿੱਚ ਸੰਪੂਰਨ ਵਿਸ਼ਵਾਸ ਪ੍ਰਗਟਾਉਂਦਾ ਹੈ। ਇਸ ਅੰਦਰ ਰੰਗ, ਨਸਲ, ਧਰਮ, ਜਾਤ ਅਤੇ ਲਿੰਗ ਆਦਿ ਦੇ ਆਧਾਰ ਤੇ ਭੇਦ-ਭਾਵ ਦੀ ਪੂਰਨ ਮਨਾਹੀ ਹੈ। ਗੁਰੂ ਸਾਹਿਬਾਨ ਨੇ ਸਾਰੀ ਮਨੁੱਖੀ ਜਾਤੀ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਣ ਦੀ ਸਿੱਖਿਆ ਦਿੱਤੀ ਹੈ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ। ਇਸ ਕਰਕੇ ਨਸਲੀ ਭੇਦ-ਭਾਵ ਦਾ ਵਿਰੋਧ ਸਿੱਖਾਂ ਦੇ ਧਾਰਮਿਕ ਅਕੀਦੇ ਨਾਲ ਜੁੜਿਆ ਹੋਇਆ ਹੈ। ਸਿੱਖਾਂ ਲਈ ਨਸਲੀ ਵਿਤਕਰੇ ਦਾ ਵਿਰੋਧ ਕਰਨਾ ਅਤੇ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਨਾ ਅਥਵਾ ਆਪਣੇ ਗੁਰੂਆਂ ਦੇ ਉਪਦੇਸ਼ਾਂ ਦਾ ਆਗਿਆ ਪਾਲਣ ਕਰਨਾ ਹੈ। ਉਹਨਾਂ ਲਈ ਇਹ ਗੱਲ ਮੂਲ ਇਨਸਾਨੀ ਗੁਣ ਦਾ ਮਹੱਤਵ ਰੱਖਦੀ ਹੈ। ਇਸ ਦੇ ਉਲਟ ਹਿੰਦੂ ਧਰਮ ਮਨੁੱਖੀ ਬਰਾਬਰੀ ਦੇ ਸਿਧਾਂਤ ਦਾ ਧਾਰਨੀ ਨਹੀਂ ਹੈ। ਹਿੰਦੂ ਧਾਰਮਿਕ ਗ੍ਰੰਥਾਂ ਅੰਦਰ ਊਚ ਨੀਚ ਦੇ ਸਿਧਾਂਤ ਦੀ ਖੁੱਲ੍ਹੇਆਮ ਵਕਾਲਤ ਕੀਤੀ ਗਈ ਹੈ। ਬ੍ਰਾਹਮਣਵਾਦੀ ਹਿੰਦੂ ਧਰਮ ਦੁਨੀਆ ਦਾ ਇੱਕੋ ਇੱਕ ਮਜ਼ਹਬ ਹੈ ਜਿਹੜਾ ਸਮਾਜਿਕ ਨਾ-ਬਰਾਬਰੀ ਦੇ ਸਰਵ-ਵਿਆਪੀ ਰੂਪ ਵਿੱਚ ਨਿਸ਼ਚਾ ਪ੍ਰਗਟਾਉਂਦਾ, ਇਸ ਦਾ ਉਪਦੇਸ਼ ਦਿੰਦਾ ਅਤੇ ਇਸ ਉੱਤੇ ਢੀਠਤਾਈ ਨਾਲ ਅਮਲ ਕਰਦਾ ਹੈ। ਬਾਕੀ ਧਰਮਾਂ ਵਿੱਚ ਨਿਸ਼ਚੇ ਅਤੇ ਅਮਲ ਵਿੱਚ ਪਾੜਾ ਪ੍ਰਗਟ ਹੁੰਦਾ ਹੈ, ਪਰ ਇੱਥੇ ਨਿਸ਼ਚੇ ਅਤੇ ਅਮਲ ਦਾ ਸੁਮੇਲ ਹੈ। ਇਸ ਕਰਕੇ ਹਿੰਦੂ ਬ੍ਰਾਹਮਣੀ ਧਰਮ ਅਤੇ ਸੱਭਿਆਚਾਰ ਸਮਾਜੀ ਊਚ-ਨੀਚ, ਵਿਤਕਰੇ ਅਤੇ ਦਾਬੇ ਦਾ ਵੱਡਾ ਮਾਧਿਅਮ ਹੈ। ਹਿੰਦੂ ਧਰਮ ਵਿੱਚ ਨਿਸ਼ਚੇ ਪ੍ਰਗਟਾਉਣ ਦਾ ਮਤਲਬ ਹੀ ਸਮਾਜਿਕ ਨਾ-ਬਰਾਬਰੀ ਨੂੰ ਮਾਨਤਾ ਦੇਣਾ ਹੈ। ਇਸ ਕਰਕੇ ਜਿੱਥੇ ਸਿੱਖ ਗਦਰੀਆਂ ਨੇ ਆਪਣੀਆਂ ਲਿਖਤਾਂ ਅੰਦਰ ਉਹਨਾਂ ਨਾਲ ਹੋਈਆਂ ਨਸਲੀ ਭੇਦ-ਭਾਵ ਦੀਆਂ ਵਾਰਦਾਤਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਅਤੇ ਇਸ ਨੂੰ ਗੈਰ ਮਨੁੱਖੀ ਕਰਮ ਗਰਦਾਨਿਆ ਹੋਇਆ ਇਸ ਦੀ ਪ੍ਰਚੰਡ ਪੜਚੋਲ ਕੀਤੀ ਹੈ, ਉੱਥੇ ਸਮਕਾਲੀ ਹਿੰਦੂ ਰਾਸ਼ਟਰਵਾਦੀਆਂ ਦੀਆਂ ਲਿਖਤਾਂ ਵਿੱਚੋਂ ਇਹ ਅੰਸ਼ ਲਗਭਗ ਗਾਇਬ ਹੈ। ਉਹਨਾਂ ਨੇ ਵੱਧ ਜ਼ੋਰ ਅੰਗਰੇਜ਼ਾਂ ਦੀ ਰਾਜਸੀ ਗੁਲਾਮੀ ਨੂੰ ਭੰਡਣ ਅਤੇ ਇਸ ਵਿਰੁੱਧ ਰਾਜਸੀ ਜਜ਼ਬਾ ਉਭਾਰਨ ਉੱਤੇ ਲਾਇਆ। ਖੁਦ ਜਾਤ-ਪਾਤੀ ਵਿਚਾਰਧਾਰਾ ਦੇ ਪੈਰੋਕਾਰ ਅਤੇ ਅਭਿਆਸੀ ਹੋਣ ਕਰਕੇ ਉਹਨਾਂ ਲਈ ਨਸਲੀ ਭੇਦ-ਭਾਵ ਦਾ ਦ੍ਰਿੜ ਵਿਰੋਧ ਕਰਨਾ ਮੁਸ਼ਕਿਲ ਸੀ। ਇਸ ਕਰਕੇ ਉਹਨਾਂ ਨੇ ਇਸ ਮਾਮਲੇ ਬਾਰੇ ਨਾ ਕੇਵਲ ਟਾਲੂ ਰਵੱਈਆ ਧਾਰਨ ਕੀਤਾ, ਸਗੋਂ ਨਸਲੀ
ਸਮੱਸਿਆਵਾਂ ਤੋਂ ਇਨਕਾਰੀ ਹੋਣ ਦੇ ਯਤਨ ਵੀ ਕੀਤੇ। ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਹੈ ਕਿ ਲਾਲਾ ਲਾਜਪਤ ਰਾਏ ਨੇ ਅਮਰੀਕਨ ਗੋਰਿਆਂ ਵੱਲੋਂ ਸਿੱਖਾਂ ਨਾਲ ਕੀਤੇ ਜਾਂਦੇ ਵਿਤਕਰੇ ਤੇ ਨਫ਼ਰਤ ਦਾ ਇਹ ਕਾਰਨ ਦੱਸਿਆ ਸੀ ਕਿ ਇੱਕ ਤਾਂ ਉਹ ਦਾੜ੍ਹੀ, ਕੇਸ ਅਤੇ ਦਸਤਾਰਿਆਂ ਕਾਰਨ ਮੈਲੇ ਕੁਚਾਲੇ ਰਹਿੰਦੇ ਸਨ, ਦੂਜਾ ਉਹਨਾਂ ਦਾ ਚਾਲ ਚੱਲਣ ਵੀ ਹੋਰਨਾਂ ਹਿੰਦੀਆਂ ਨਾਲੋਂ ਵੱਖਰਾ ਅਤੇ ਵਧੇਰੇ ਨਖਿੱਧ ਸੀ। ਲਾਲੇ ਦਾ ਕਹਿਣ ਦਾ ਸਪਸ਼ਟ ਭਾਵ ਇਹ ਸੀ ਕਿ ਗੋਰਿਆਂ ਦੀ ਸਿੱਖਾਂ ਪ੍ਰਤੀ ਨਫ਼ਰਤ ਗੋਰਿਆਂ ਦੇ ਨਸਲੀ ਹੰਕਾਰ ਦਾ ਪ੍ਰਗਟਾਵਾ ਨਹੀਂ ਸੀ, ਬਲਕਿ ਸਿੱਖਾਂ ਦੇ ਭੱਦੇ ਸਰੂਪ ਅਤੇ ਮਾੜੇ ਚਾਲ ਚੱਲਣ ਦਾ ਨਤੀਜਾ ਸੀ। ਬਾਬਾ ਭਕਨਾ ਨੇ ਲਾਲਾ ਲਾਜਪਤ ਰਾਏ ਦੀ ਸਿੱਖਾਂ ਬਾਰੇ ਇਸ ਤਸੱਬਬ ਗ੍ਰਸੀ ਧਾਰਨਾ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਅਲਬਰਟ ਅਤੇ ਵਿਲੀਅਮ ਦੇ ਕਾਰਖਾਨਿਆਂ ਵਿੱਚੋਂ ਕੁੱਟ ਕੇ ਭਜਾ ਦਿੱਤਾ ਗਿਆ ਸੀ, ਉਹ ਦਸਤਾਰਿਆਂ ਵਾਲੇ ਨਹੀਂ ਸਨ, ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਹੀ ਸਨ, ਜਿਨ੍ਹਾਂ ਦੀ ਇਹ ਦੁਰਗਤ ਹੋਈ। ਲਾਲਾ ਲਾਜਪਤ ਰਾਏ ਦੀ ਸਿੱਖਾਂ ਬਾਰੇ ਉਪਰੋਕਤ ਅਪਮਾਨਜਨਕ ਧਾਰਨਾ ਭੁੱਲ ਭੁਲੇਖੇ ਨਹੀਂ ਬਣੀ ਸੀ। ਇਸ ਪਿੱਛੇ ਹਿੰਦੂ ਉੱਚ ਜਾਤੀਆਂ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਕੰਮ ਕਰਦਾ ਸੀ। ਹਿੰਦੂ ਸਵਰਨ ਜਾਤੀਆਂ ਦਾ ਇਹ ਨਿਸ਼ਚਿਤ ਵਿਚਾਰ ਸੀ ਕਿ ਉਹਨਾਂ ਦਾ ਖੂਨ ਸ਼ੁੱਧ ਆਰੀਅਨ ਹੈ ਅਤੇ ਗੈਰ ਆਰੀਅਨ ਨਸਲਾਂ ਦਾ ਦਰਜਾ ਉਹਨਾਂ ਨਾਲੋਂ ਨੀਵਾਂ ਹੈ। ਇਸ ਆਰੀਅਨ ਖੂਨ ਦੀ ਸਾਂਝ ਦੇ ਆਧਾਰ ਤੇ ਹਿੰਦੂ ਉੱਚ ਜਾਤੀਆਂ ਦੇ ਲੋਕ ਆਪਣੇ ਆਪ ਨੂੰ ਗੋਰੀ ਨਸਲ ਦੇ ਬਰਾਬਰ ਸਮਝਦੇ ਸਨ। ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਅੰਦਰ ਗੋਰੀਆਂ ਵੱਲੋਂ ਉਹਨਾਂ ਨਾਲ ਕੀਤੇ ਜਾਂਦੇ ਨਸਲੀ ਵਿਤਕਰੇ ਤੇ ਇਤਰਾਜ਼ ਕਰਨ ਦਾ ਇਹੀ ਆਧਾਰ ਦਿੱਤਾ ਸੀ। ਉਸ ਨੇ ਯੂਰਪੀ ਗੋਰੀਆਂ ਨਾਲ ਹਿੰਦੂਆਂ ਦੀ ਆਰਿਆਈ ਖੂਨ ਦੀ ਸਾਂਝ ਦਾ ਵਾਸਤਾ ਪਾਇਆ ਸੀ। 19ਵੀਂ ਸਦੀ ਅੰਦਰ ਜਦੋਂ ਅਮਰੀਕਾ ਅੰਦਰ ਕੇਵਲ ਸ਼ੁੱਧ ਆਰੀਆ ਨਸਲਾਂ ਨੂੰ ਹੀ ਨਾਗਰਿਕਤਾ ਦੇ ਆਧਾਰ ਉੱਪਰ ਅਧਿਕਾਰ ਦਿੱਤੇ ਜਾਂਦੇ ਸਨ, ਤਾਂ ਉਸ ਵੇਲੇ ਅਖਾਏ ਕੁਮਾਰ ਮਜੂਮਦਾਰ ਨਾਂ ਦੇ ਬੰਗਾਲੀ ਬ੍ਰਾਹਮਣ ਨੇ ਅਦਾਲਤ ਅੰਦਰ ਆਪਣੀ ਸ਼ੁੱਧ ਆਰੀਆ ਨਸਲ ਦਾ ਦਾਅਵਾ ਜਤਾ ਕੇ ਹੀ ਅਮਰੀਕਾ ਦੀ ਨਾਗਰਿਕਤਾ ਲੈਣ ਵਿੱਚ ਝੰਡੀ ਹਾਸਲ ਕੀਤੀ ਸੀ। ਉਸ ਨੇ ਦਲੀਲ ਦਿੱਤੀ ਕਿ ਮੈਂ ਉੱਚ ਜਾਤੀ 'ਚੋਂ ਹਾਂ, ਜਦੋਂ ਕਿ ਇਸ ਦੇਸ਼ ਅਮਰੀਕਾ ਅੰਦਰਲੇ ਹਿੰਦੂਆਂ 'ਚੋਂ ਜ਼ਿਆਦਾਤਰ ਉੱਚ ਜਾਤੀ ਦੇ ਹਿੰਦੂ ਨਹੀਂ ਸਨ, ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ। ਉਹ ਰਲੇ ਮਿਲੇ ਖੂਨ ਵਾਲੇ ਬੇਲੜੇ ਹਨ। ਉਹ ਮਜ਼ਦੂਰ ਵਰਗ ਹੈ ਜਿਹੜੇ ਸਖਤ ਜਿਸਮਾਨੀ ਕਿਰਤ ਕਰਦੇ ਹਨ। ਉਹ ਬਿਲਕੁਲ ਹੀ ਉੱਚੀ ਜਾਤੀ 'ਚੋਂ ਨਹੀਂ ਹਨ। ਉਹਨਾਂ ਦੀ ਜਮਾਤ ਬਿਲਕੁਲ ਵੱਖਰੀ ਹੈ, ਉਹਨਾਂ ਦਾ ਧਰਮ ਵੱਖਰਾ ਹੈ ਅਤੇ ਕੁੱਲ ਵੱਖਰੀ ਹੈ। ਉੱਚੀਆਂ ਜਾਤਾਂ ਦੇ ਹਿੰਦੂ ਆਪਣੇ ਆਪ ਨੂੰ ਹਮੇਸ਼ਾ ਆਰੀਆ ਨਸਲ ਦੇ ਮੈਂਬਰ ਸਮਝਦੇ ਹਨ। ਇਸ ਤਰ੍ਹਾਂ ਅਮਰੀਕਾ ਅਦਾਲਤ ਨੇ ਅਖਾਏ ਕੁਮਾਰ ਮਜੂਮਦਾਰ ਨਾਂ ਦਾ ਨਸਲੀ ਸ਼ੁੱਧਤਾ ਅਤੇ ਉੱਚਤਾ ਦਾ ਦਾਅਵਾ ਕਬੂਲ ਕਰਦਿਆਂ ਹੋਇਆਂ ਉਸ ਨੂੰ ਅਮਰੀਕੀ ਨਾਗਰਿਕਤਾ ਦੇ ਦਿੱਤੀ ਸੀ। ਮਜੂਮਦਾਰ ਦੇ ਉਕਤ ਬਿਆਨ 'ਚੋਂ ਉੱਚ ਜਾਤੀ ਹਿੰਦੂਆਂ ਦੇ ਮਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਨਸਲੀ ਗਰੂਰ ਸਪਸ਼ਟ ਰੂਪਮਾਨ ਹੁੰਦਾ ਹੈ। ਨੋਟ: 1914 ਵਿੱਚ ਜਦੋਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੀ ਸਿਫਾਰਿਸ਼ ਉੱਤੇ ਲਾਲਾ ਹਰਦਿਆਲ ਅਤੇ ਡਾਕਟਰ ਸੁਤੇਂਦਰ ਬੋਸ ਵਾਸ਼ਿੰਗਟਨ ਵਿਖੇ ਕਾਂਗਰਸ ਦੀ ਕਮੇਟੀ ਅੱਗੇ ਭਾਰਤੀ ਅਵਾਸੀਆਂ ਦਾ ਪੱਖ ਪੇਸ਼ ਕਰਨ ਗਏ ਸਨ, ਤਾਂ ਡਾਕਟਰ ਬੋਸ ਨੇ 14 ਫਰਵਰੀ ਨੂੰ ਕਮੇਟੀ ਅੱਗੇ ਆਰੀਆ ਨਸਲ ਦੀ ਹੀ ਦਲੀਲ ਦਿੱਤੀ ਸੀ, ਜਿਸ ਨਾਲ ਸਿੱਖਾਂ ਦਾ ਕੇਸ ਸਗੋਂ ਕਮਜ਼ੋਰ ਹੋ ਗਿਆ ਸੀ। ਰਾਜਸੀ ਜਾਗ੍ਰਿਤੀ ਦਾ ਵਰਗ ਵਿਸ਼ੇਸ਼ ਲੱਛਣ। ਉੱਤਰੀ ਅਮਰੀਕਾ ਵਿੱਚ ਪਹੁੰਚੇ ਹਿੰਦੂਆਂ ਵਿੱਚੋਂ ਲਗਭਗ ਸਾਰੇ ਉੱਚੀਆਂ ਜਾਤਾਂ ਵਿੱਚੋਂ ਸਨ। ਇਹਨਾਂ 'ਚੋਂ ਵੱਡੀ ਗਿਣਤੀ ਸ਼ਹਿਰੀ ਬਾਬੂਆਂ ਦੀ ਸੀ, ਜਿਹੜੇ ਉੱਚੀ ਵਿੱਦਿਆ ਹਾਸਲ ਕਰਨ ਦੇ ਮਨੋਰਥ ਨਾਲ ਗਏ ਸਨ। ਸਭ ਤੋਂ ਵੱਧ ਬੰਗਾਲੀ ਸਨ, ਥੋੜ੍ਹੇ ਜਿਹੇ ਪੰਜਾਬੀ, ਮਦਰਾਸੀ ਅਤੇ ਮਰਾਠੀ ਸਨ। ਇਹਨਾਂ ਵਿੱਚੋਂ ਬਹੁਤਿਆਂ ਉੱਤੇ ਅਮਰੀਕਾ ਕੈਨੇਡਾ ਜਾਣ ਤੋਂ ਪਹਿਲਾਂ ਹੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦਾ ਵੱਧ ਜਾਂ ਘੱਟ ਰਾਜਸੀ ਪ੍ਰਭਾਵ ਪੈ ਚੁੱਕਾ ਸੀ। ਇਸ ਦੀ ਤੁਲਨਾ ਵਿੱਚ ਉੱਤਰੀ ਅਮਰੀਕਾ ਵਿੱਚ ਪਹੁੰਚਣ ਵਾਲੇ ਸਿੱਖ ਹਿੰਦੂ ਰਾਸ਼ਟਰਵਾਦ ਲਾਗ ਤੋਂ ਪੂਰੀ ਤਰ੍ਹਾਂ ਸੁਰਖਰੂ ਸਨ। ਉਹ ਉਸ ਵੇਲੇ ਭਾਰਤ ਅੰਦਰ ਪ੍ਰਚਲਿਤ ਰਾਜਸੀ ਵਿਚਾਰਾਂ ਅਤੇ ਰੁਝਾਨਾਂ ਤੋਂ ਲਗਭਗ ਅਭਿੱਜ ਸਨ। ਉਹਨਾਂ ਵਿੱਚੋਂ ਬਹੁਤ ਫੌਜ ਵਿੱਚੋਂ ਨਾਂ ਕਟਵਾ ਕੇ ਆਏ ਸਨ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਉਦੋਂ ਤੱਕ ਉਹਨਾਂ ਦੇ ਮਨਾਂ ਅੰਦਰ ਅੰਗਰੇਜ਼ੀ ਰਾਜ ਦੇ ਵਿਰੁੱਧ ਵਿਸ਼ੇਸ਼ ਰੋਸ ਅਤੇ ਨਫ਼ਰਤ ਪੈਦਾ ਨਹੀਂ ਹੋਈ ਸੀ। ਉਸ ਵੇਲੇ ਪੰਜਾਬ ਅੰਦਰ ਅੰਗਰੇਜ਼ੀ ਰਾਜ ਵਿਰੋਧੀ ਰਾਸ਼ਟਰਵਾਦੀ ਚੇਤਨਾ ਮੁੱਖ ਤੌਰ 'ਤੇ ਆਰੀਆ ਸਮਾਜ ਦੇ ਪ੍ਰਭਾਵ ਹੇਠਲੇ ਛੋਟੇ ਜਿਹੇ ਪੜ੍ਹੇ ਲਿਖੇ ਸ਼ਹਿਰੀ ਤਬਕੇ ਤੱਕ ਹੀ ਸੀਮਿਤ ਸੀ। ਪੇਂਡੂ
ਸਿੱਖ ਹਲਕਿਆਂ ਅੰਦਰ ਆਰੀਆ ਸਮਾਜ ਦਾ ਬਹੁਤ ਪ੍ਰਭਾਵ ਨਹੀਂ ਸੀ। ਇਸ ਕਰਕੇ ਉੱਤਰੀ ਅਮਰੀਕਾ ਵਿੱਚ ਜਿਹੜੇ ਸਿੱਖ ਪਹੁੰਚੇ ਉਹ ਰਾਸ਼ਟਰਵਾਦੀ ਵਿਚਾਰਧਾਰਾ ਤੋਂ ਅਛੋਹ ਸਨ। ਉਹਨਾਂ ਦੇ ਰਾਜਸੀਕਰਨ ਦਾ ਅਮਲ ਅਮਰੀਕਾ ਕੈਨੇਡਾ ਜਾ ਕੇ ਹੀ ਸ਼ੁਰੂ ਹੋਇਆ ਸੀ, ਜਿਸ ਕਰਕੇ ਉਹਨਾਂ ਅੰਦਰ ਰਾਜਸੀ ਜਾਗ੍ਰਿਤੀ ਦਾ ਅਮਲ ਹਿੰਦੂ ਵਰਗ ਨਾਲੋਂ ਬਹੁਤ ਵੱਖਰੇ ਢੰਗ ਨਾਲ ਚੱਲਿਆ। ਉੱਥੇ ਜਾ ਕੇ ਉਹਨਾਂ ਨੂੰ ਜਿਸ ਕਿਸਮ ਦੇ ਨਸਲੀ ਭੇਦ-ਭਾਵ ਅਤੇ ਨਿਰਾਦਰੀਆਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਆਪਣੇ ਨਿਆਰੇ ਸਿੱਖ ਸਰੂਪ ਕਰਕੇ ਉਹਨਾਂ ਨੂੰ ਜਿਸ ਕਿਸਮ ਦੀਆਂ ਅਪਮਾਨਜਨਕ ਟਿੱਪਣੀਆਂ ਸੁਣਨੀਆਂ ਪਈਆਂ, ਉਸ ਨਾਲ ਉਹਨਾਂ ਦੇ ਸਵੈ-ਮਾਣ ਨੂੰ ਗਹਿਰੀ ਸੱਟ ਵੱਜੀ। ਉਹ ਇਸ ਦੇ ਆਦੀ ਨਹੀਂ ਸਨ। ਗੁਰੂ ਸਾਹਿਬ ਨੇ ਆਪਣੀਆਂ ਜ਼ਿੰਦਗੀਆਂ ਅਤੇ ਸਰਬੰਸ ਵਾਰ ਕੇ ਉਹਨਾਂ ਨੂੰ ਆਜ਼ਾਦੀ ਅਤੇ ਅਣਖ ਨਾਲ ਜਿਉਣ ਦੀ ਜਾਂਚ ਸਿਖਾਈ ਸੀ। ਇਸ ਕਰਕੇ ਉਹਨਾਂ ਦੇ ਮਨਾਂ ਅੰਦਰ ਨਸਲਵਾਦ ਵਿਰੁੱਧ ਤਿੱਖਾ ਰੋਹ ਪੈਦਾ ਹੋਇਆ। ਇਸ ਦਾ ਪ੍ਰਗਟਾਵਾ ਹੇਠ ਦਿੱਤੀ ਉਦਾਹਰਨ ਤੋਂ ਹੁੰਦਾ ਹੈ। 3 ਜੁਲਾਈ 1909 ਨੂੰ ਭਾਈ ਨੱਥਾ ਸਿੰਘ ਨਾਂ ਦੇ ਇੱਕ ਸਿੰਘ ਨੇ ਵੈਨਕੂਵਰ ਦੇ ਗੁਰਦੁਆਰੇ ਵਿੱਚ ਖੜਾ ਹੋ ਕੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਅੰਦਰ, ਖਾਸ ਕਰਕੇ ਬਰਤਾਨਵੀ ਬਸਤੀਆਂ ਅੰਦਰ ਸਾਡੇ ਦੇਸ਼ ਵਾਸੀਆਂ ਦੀ ਹੋ ਰਹੀ ਦੁਰਗਤੀ ਵੱਲ ਦੇਖਦੇ ਹੋਏ ਮੈਂ ਸੰਗਤ ਅੱਗੇ ਨਿਮਰਤਾ ਸਾਹਿਤ ਇਹ ਪ੍ਰਸਤਾਵ ਰੱਖਦਾ ਹਾਂ ਕਿ ਗੁਰਦੁਆਰੇ ਦੀ ਕਾਰਜਕਾਰਨੀ ਕਮੇਟੀ ਦਾ ਕੋਈ ਵੀ ਮੈਂਬਰ ਬਰਤਾਨਵੀ ਸਰਕਾਰ ਵੱਲੋਂ ਉਸ ਨੂੰ ਦਿੱਤਾ ਗਿਆ ਤਗਮਾ, ਫੌਜੀ ਵਰਦੀ ਜਾਂ ਨਿਸ਼ਾਨ ਆਦਿ ਧਾਰਨ ਨਾ ਕਰੇ, ਕਿਉਂਕਿ ਇਹ ਚੀਜ਼ਾਂ ਬਰਤਾਨਵੀ ਗੁਲਾਮੀ ਦੀਆਂ ਪ੍ਰਤੀਕ ਹਨ। ਉਸਨੇ ਕਿਹਾ ਕਿ ਅੰਗਰੇਜ਼ ਸਰਕਾਰ ਵੱਲੋਂ ਦਿੱਤੇ ਗਏ ਇਹ ਸਨਮਾਨ ਚਿੰਨ੍ਹ ਇਹ ਦਰਸਾਉਂਦੇ ਹਨ ਕਿ ਉਹ ਆਪਣੇ ਦੇਸ਼ ਭਾਈਆਂ ਜਾਂ ਕੁਝ ਆਜ਼ਾਦ ਕੌਮਾਂ ਦੇ ਵਿਰੁੱਧ ਬਰਤਾਨਵੀ ਸਰਕਾਰ ਦੇ ਭਾਲੇ ਦੇ ਟੱਟੂ ਬਣ ਕੇ ਲੜੇ ਸਨ। ਬਰਤਾਨਵੀ ਫੌਜ ਅੰਦਰ ਸੇਵਾ ਕਰਦਿਆਂ ਹਾਸਲ ਕੀਤੇ ਗਏ ਮੈਡਲਾਂ ਨੂੰ ਗੁਲਾਮੀ ਦੇ ਮੈਡਲ ਸਮਝਣਾ ਚਾਹੀਦਾ ਹੈ। ਨੱਥਾ ਸਿੰਘ ਵੱਲੋਂ ਪੇਸ਼ ਕੀਤਾ ਗਿਆ ਉਪਰੋਕਤ ਪ੍ਰਸਤਾਵ ਸੰਗਤਾਂ ਨੇ ਇੱਕ ਆਵਾਜ਼ ਹੋ ਕੇ ਪ੍ਰਵਾਨ ਕਰ ਲਿਆ। ਇਸ ਉਪਰੰਤ ਗੁਰਦੁਆਰਾ ਕਮੇਟੀ ਦਾ ਇੱਕ ਮੈਂਬਰ ਭਾਈ ਗਰੀਬ ਸਿੰਘ, ਜਿਸ ਨੂੰ 14ਵੀਂ ਸਿੱਖ ਰੈਜੀਮੈਂਟ ਦੇ ਸਿਪਾਹੀ ਦੇ ਰੂਪ ਵਿੱਚ ਚੀਨ ਅੰਦਰ ਬੌਕਸਰ ਬਗਾਵਤ ਨੂੰ ਦਬਾਉਣ ਵਿੱਚ ਬਹਾਦਰੀ ਨਾਲ ਲੜਨ ਬਦਲੇ ਮੈਡਲ ਮਿਲਿਆ ਸੀ, ਨੇ ਆਪਣਾ ਮੈਡਲ ਗਲੋਂ ਉਤਾਰ ਕੇ ਐਲਾਨ ਕਰ ਦਿੱਤਾ ਕਿ ਇਸ ਤੋਂ ਬਾਅਦ ਉਹ ਬਰਤਾਨਵੀ ਗੁਲਾਮੀ ਦੀ ਯਾਦ ਦਿਵਾਉਣ ਵਾਲਾ ਕੋਈ ਵੀ ਮੈਡਲ ਜਾਂ ਵਰਦੀ ਨਹੀਂ ਪਹਿਨੇਗਾ। ਬਾਅਦ ਵਿੱਚ ਖਾਲਸਾ ਦੀਵਾਨ ਦੇ ਸਕੱਤਰ ਭਾਈ ਭਾਗ ਸਿੰਘ ਭਿੱਖੀਵਿੰਡ ਨੇ ਬਰਤਾਨਵੀ ਫੌਜ ਵਿੱਚੋਂ ਸਨਮਾਨਜਨਕ ਢੰਗ ਨਾਲ ਫਾਰਗ ਹੋਣ ਦਾ ਸਰਟੀਫਿਕੇਟ ਅੱਗ ਨਾਲ ਲੂਹ ਦਿੱਤਾ ਸੀ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਵੈਨਕੂਵਰ ਦੇ ਮੇਅਰ ਨੇ ਬਰਤਾਨਵੀ ਫੌਜ ਵਿੱਚ ਰਹਿ ਚੁੱਕੇ ਸਿੱਖਾਂ ਨੂੰ ਬਰਤਾਨੀਆ ਦੇ ਗਵਰਨਰ ਜਨਰਲ ਦੀ ਕੈਨੇਡਾ ਫੇਰੀ ਮੌਕੇ ਉਸ ਦੇ ਮਾਣ ਵਿੱਚ ਹੋਣ ਵਾਲੀ ਮਿਲਟਰੀ ਪਰੇਡ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ, ਪਰ ਭਾਈ ਭਾਗ ਸਿੰਘ ਨੇ ਸਾਬਕਾ ਫੌਜੀਆਂ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਇਹ ਸੱਦਾ ਹਿਕਾਰਤ ਨਾਲ ਠੁਕਰਾ ਦਿੱਤਾ ਸੀ। ਇਹਨਾਂ ਘਟਨਾਵਾਂ ਤੋਂ ਸਿੱਖਾਂ ਅੰਦਰ ਗੁਲਾਮੀ ਵਿਰੁੱਧ ਪੈਦਾ ਹੋਏ ਰੋਹ ਦਾ ਸਾਫ਼ ਅਨੁਮਾਨ ਲਾਇਆ ਜਾ ਸਕਦਾ ਸੀ। ਇਹ ਰੋਹ ਕਿਸੇ ਲਾਲਾ ਹਰਦਿਆਲ ਜਾਂ ਕਿਸੇ ਹੋਰ ਹਿੰਦੂ ਰਾਸ਼ਟਰਵਾਦੀ ਦੇ ਪ੍ਰਚਾਰ ਦਾ ਨਤੀਜਾ ਨਹੀਂ ਸੀ। ਇਹ ਸਿੱਖਾਂ ਦੇ ਆਪਣੇ ਤਲਖ ਅਨੁਭਵ ਵਿੱਚੋਂ ਪੈਦਾ ਹੋਇਆ ਸੁਭਾਵਿਕ ਪ੍ਰਤੀਕਰਮ ਸੀ। ਗੈਰਤਮੰਦ ਅਤੇ ਜੁਝਾਰੂ ਕੌਮ ਹੋਣ ਦੇ ਨਾਤੇ ਸਿੱਖਾਂ ਨੇ ਪਰਦੇਸੀ ਅਤੇ ਗਿਣਤੀ ਵਿੱਚ ਥੋੜ੍ਹੇ ਹੋਣ ਦੇ ਬਾਵਜੂਦ ਗੋਰਿਆਂ ਦੀ ਨਸਲੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਖਾਲਸਾਈ ਗੈਰਤ, ਜੋਸ਼ ਅਤੇ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਨਸਲੀ ਵਿਤਕਰੇ ਅਤੇ ਬੁਰਸ਼ਾਗਰਦੀ ਦਾ ਡਟ ਕੇ ਟਾਕਰਾ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਥਾਵਾਂ 'ਤੇ ਉਹਨਾਂ ਉੱਤੇ ਹਮਲਾ ਕਰਨ ਆਏ ਗੋਰਿਆਂ ਦੀ ਚੰਗੀ ਭੁਗਤ ਸੁਆਰੀ, ਜਿਸ ਕਰਕੇ ਹੌਲੀ-ਹੌਲੀ ਨਸਲ ਪ੍ਰਸਤੀ ਗੋਰੇ ਸਿੱਖਾਂ ਤੋਂ ਕੰਨ ਭੰਨਣ ਲੱਗ ਪਏ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਇੱਕ ਘਟਨਾ ਦਾ ਵਰਣਨ ਇਸ ਵਿਚਾਰ ਵਿੱਚ ਕੀਤਾ ਹੈ। ਡਰੋਮਾ ਨਾਮੇ ਸ਼ਹਿਰ ਵਿੱਚ ਪਿੰਡ ਗੁੱਦੇ ਜ਼ਿਲ੍ਹਾ ਅੰਮ੍ਰਿਤਸਰ ਵਾਲੇ ਭਾਈ ਵੀਰ ਸਿੰਘ ਜੀ 40 ਹੋਰ ਆਦਮੀ ਰੇਲਵੇ ਕੰਪਨੀ ਦੇ ਕੰਮ ਪਰ ਲੱਗੇ ਹੋਏ ਸਨ। ਇਹਨਾਂ ਉੱਤੇ ਅਮਰੀਕਨਾਂ ਨੇ ਦਿਨੇ ਹੀ ਹੱਲਾ ਬੋਲ ਦਿੱਤਾ ਸੀ। ਭਾਈ ਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਨੱਸ ਜਾਣ ਦੀ ਕਾਇਰਤਾ ਨਾਲੋਂ ਸਿੱਧੇ ਮੱਥੇ ਮਰਨਾ ਹੀ ਯੋਗ ਸਮਝਿਆ। ਉਹਨਾਂ ਕੋਲ 6-7 ਬੰਦੂਕਾਂ ਅਤੇ ਪਿਸਤੌਲ ਵੀ ਸਨ। ਇਹ ਸਾਰੇ ਅੱਗੋਂ ਮੋਰਚਾ ਬੰਨ੍ਹ ਕੇ ਬਹਿ ਗਏ। ਜਦੋਂ ਅਮਰੀਕਨ ਉਹਨਾਂ ਤੋਂ ਥੋੜ੍ਹੀ ਦੂਰ ਪਰ ਹੀ ਆ ਗਏ ਤਾਂ ਉਹਨਾਂ ਨੇ ਉੱਚਾ ਨਿਸ਼ਾਨਾ ਬੰਨ੍ਹ ਕੇ ਗੋਲੀ ਦਾਗ ਦਿੱਤੀ। ਉਹਨਾਂ ਦੀ ਇਹ ਜੁਰਤ ਲਾਹੇਬੰਦੀ ਸਿੱਧ ਹੋਈ ਅਤੇ ਅਮਰੀਕਨ ਡਰਦੇ ਭੱਜ ਤੁਰੇ।
ਪਿੱਛੋਂ ਹੱਲਾ ਕਰਕੇ ਹਿੰਦੀ ਸੂਰਬੀਰਾਂ ਨੇ ਕਈ ਆਦਮੀ ਸੁੱਟ ਲਏ ਅਤੇ ਉਹਨਾਂ ਦੀ ਖੂਬ ਭੁਗਤ ਸਵਾਰੀ। ਬਸ ਫੇਰ ਕੀ ਸੀ, ਕਿਸੇ ਨੇ ਪਿੱਛੇ ਭੌਂਕੇ ਨਾ ਵੇਖਿਆ ਅਤੇ ਸਾਡੇ ਮਗਰ ਕੋਈ ਵੀ ਆਉਂਦਾ ਵੀ ਹੈ ਜਾਂ ਨਹੀਂ। ਉਹ ਸਾਰੇ ਹੀ ਵਾਹੋ ਦਾਹੀ ਨੱਸਦੇ ਹੋਏ ਸ਼ਹਿਰ ਵਿੱਚ ਗਿੱਦੜਾਂ ਵਾਂਗੂ ਜਾ ਵੜੇ। ਇਸ ਤਰ੍ਹਾਂ ਫਤਿਹ ਹਿੰਦੀਆਂ ਦੀ ਹੋਈ। ਇਸ ਹਾਰ ਤੋਂ ਅਮਰੀਕਨ ਮਜ਼ਦੂਰ ਖਾਸੇ ਯਰਕ ਗਏ। ਇਸ ਤੋਂ ਬਾਅਦ 2-3 ਵਰ੍ਹੇ ਤੱਕ ਇਸ ਤਰ੍ਹਾਂ ਪਸ਼ੂਆਂ ਵਾਂਗੂ ਕਿਸੇ ਹੋਰ ਥਾਂ ਹਮਲਾ ਨਾ ਕੀਤਾ। ਉਂਝ ਕੱਲੇ ਦੁਕੱਲੇ ਹਿੰਦੀ ਨੂੰ ਕਿਤੇ ਕਿਤੇ ਤੰਗ ਕਰਦੇ ਸਨ। ਬਾਬਾ ਜਵਾਲਾ ਸਿੰਘ ਜੀ ਨੇ ਵੀ ਕੈਲੀਫੋਰਨੀਆ ਵਿੱਚ ਇੱਕ ਜਗ੍ਹਾ ਗੋਰਿਆਂ ਵੱਲੋਂ ਵਾਰ-ਵਾਰ ਤੰਗ ਕੀਤੇ ਜਾਣ ਤੋਂ ਬਾਅਦ ਸਿੱਖਾਂ ਅੰਦਰ ਜਾਗੇ ਰੋਹ ਦੀ ਰੌਚਕ ਗਾਥਾ ਬਿਆਨ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਜਦ ਭਾਰਤੀ ਰਾਸ਼ਨ ਆਦਿ ਲੈਣ ਲਈ ਵੁੱਡਲੈਂਡ ਸ਼ਹਿਰ ਵਿੱਚ ਜਾਂਦੇ ਤਾਂ ਗੋਰੇ ਉਹਨਾਂ ਦੀ ਭੈੜੇ ਤਰੀਕਿਆਂ ਨਾਲ ਬੇਇੱਜ਼ਤੀ ਕਰਦੇ ਸਨ। ਇੱਕ ਦਿਨ ਜਦ ਗੋਰਿਆਂ ਨੇ ਜ਼ਿਆਦਾ ਹੀ ਅੱਤ ਚੁੱਕ ਲਈ ਤਾਂ ਸਿੱਖ ਮਜ਼ਦੂਰਾਂ ਨੇ ਆ ਕੇ ਕੰਪਨੀ ਦੇ ਬੌਸ ਨੂੰ ਸਾਰੀ ਹਾਲਤ ਦੱਸ ਦਿੱਤੀ ਅਤੇ ਆਖਿਆ, ਅੱਜ ਅਸੀਂ ਉਹਨਾਂ ਨਾਲ ਜਾ ਕੇ ਲੜਨਾ ਹੈ। ਉਸ ਨੇ ਬਥੇਰਾ ਆਖਿਆ ਕਿ ਤੁਹਾਨੂੰ ਲੜਨਾ ਨਹੀਂ ਚਾਹੀਦਾ। ਜੇ ਰਾਸ਼ਨ ਵਗੈਰਾ ਦੀ ਜ਼ਰੂਰਤ ਹੈ ਮੈਂ ਇੱਥੇ ਹੀ ਮੰਗਵਾ ਦਿਆ ਕਰਾਂਗਾ ਅਤੇ ਤੁਹਾਨੂੰ ਸ਼ਹਿਰ ਜਾਣ ਦੀ ਕੀ ਲੋੜ ਹੈ। ਇਹਨਾਂ ਆਖਿਆ, ਰਾਸ਼ਨ ਤੇ ਹੋਰ ਚੀਜ਼ਾਂ ਆਪ ਲਿਆ ਕੇ ਦੇ ਸਕਦੇ ਹੋ, ਮਗਰ ਕਦੇ ਸਾਡਾ ਦਿਲ ਸੈਰ ਕਰਨ ਨੂੰ ਹੀ ਕਰਦਾ ਹੈ। ਤੇ ਫੇਰ ਅਸੀਂ ਉੱਥੇ ਗਏ। ਉਹ ਫੇਰ ਸਾਡੇ ਨਾਲ ਲੜਨਗੇ। ਇਸ ਲਈ ਬਿਹਤਰ ਹੈ ਕਿ ਸਾਨੂੰ ਉਹਨਾਂ ਨਾਲ ਐਤਕੀ ਹੀ ਫੈਸਲਾ ਕਰਨ ਦਿਓ। ਆਖਿਰ ਸੋਟੇ ਵੱਢ ਕੇ ਸਭ ਨੇ ਲੈ ਲਏ ਅਤੇ ਸ਼ਹਿਰ ਨੂੰ ਤੁਰ ਪਏ। ਜਦ ਸ਼ਹਿਰ ਦੇ ਪਾਸ ਗਏ ਤਾਂ ਇੱਥੇ ਇੱਕ ਆਦਮੀ ਨੂੰ ਸੋਟੇ ਦੇ ਕੇ ਬਿਠਾ ਗਏ ਅਤੇ ਆਪ ਸ਼ਹਿਰ ਜਾ ਵੜੇ। ਇਹਨਾਂ ਨੂੰ ਦੇਖ ਕੇ ਗੋਰੇ ਪਿੱਛੇ ਤੁਰਨ ਲੱਗ ਪਏ ਅਤੇ ਲੱਗੇ ਦੁਕਾਨਾਂ ਤੋਂ ਉਠਾ ਕੇ ਫਲ ਮਾਰਨ ਅਤੇ ਗੰਦੇ ਆਂਡਿਆਂ ਨਾਲ ਇਹਨਾਂ ਨੂੰ ਲਬੇੜ ਦਿੱਤਾ। ਇਹ ਵੀ ਅੱਗੇ ਭੱਜ ਕੇ ਚੱਕਰ ਕੱਢਦੇ ਹੋਏ ਉਸੇ ਤਰਫ ਨੂੰ ਨਿਕਲੇ ਜਿੱਥੇ ਸੋਟੇ ਰੱਖੇ ਹੋਏ ਸਨ। ਮਗਰੇ ਹੀ ਗੋਰੇ ਗਾਲਾਂ ਕੱਢਦੇ ਹੋਏ ਅਤੇ ਇਹਨਾਂ ਨੂੰ ਪੱਥਰ ਮਾਰਦੇ ਪਿੱਛਾ ਕਰੀ ਗਏ। ਉਧਰ ਉਹਨਾਂ ਝੱਟ ਸੋਟੇ ਫੜ ਲਏ ਅਤੇ ਭੀੜ ਉੱਤੇ ਟੁੱਟ ਪਏ। ਬਸ ਫੇਰ ਕੀ ਸੀ, ਲੱਗੇ ਸੋਟੇ ਗੋਰਿਆਂ ਤੇ ਵਰਨ। ਫਿਰ ਗੋਰੇ ਅੱਗੇ ਅਤੇ ਸਾਡੇ ਆਦਮੀ ਪਿੱਛੇ। ਜਿੱਧਰ ਭੀੜ ਭੱਜਦੀ ਉਧਰ ਪਿੱਛੇ ਸੋਟੇ ਮਾਰਦੇ ਜਾਂਦੇ। ਨਾਮਾਲੂਮ ਕਿਤਨੇ ਸੈਂਕੜਿਆਂ ਨੂੰ ਸੱਟਾਂ ਲੱਗੀਆਂ। ਆਖਰ ਗੋਰੇ ਦੁਕਾਨਾਂ ਵਿੱਚ ਵੜ ਕੇ ਆਪਣੀਆਂ ਜਾਨਾਂ ਬਚਾਉਣ ਲੱਗ ਪਏ। ਮਾਰਦੇ ਸਾਡੇ ਆਦਮੀ ਬਿਜਲੀ ਦੀ ਰੇਲ ਦੇ ਅੱਡੇ ਅਤੇ ਜਾ ਖੜੇ ਹੋਏ ਤੇ ਆਖਣ ਲੱਗੇ, ਆਓ ਨਿਕਲੋ ਬਾਹਰ, ਅੱਜ ਤੁਹਾਡੇ ਨਾਲ 2 ਹੱਥ ਕਰ ਲਈਏ। ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸਿੱਖਾਂ ਨੇ ਨਕਲ ਪ੍ਰਸਤਾਂ ਨਾਲ ਟੱਕਰਾਂ ਦੇਸ਼ ਭਗਤੀ ਦੇ ਜਜ਼ਬੇ 'ਚੋਂ ਨਹੀਂ, ਸਿੱਖੀ ਜਜ਼ਬੇ 'ਚੋਂ ਲਈਆਂ। ਸਿੱਖਾਂ ਤੋਂ ਬਿਨਾਂ ਕਿਸੇ ਹੋਰ ਦੇਸ਼ ਭਗਤ ਹਿੰਦੁਸਤਾਨੀ ਵਰਗ ਨੇ ਗੋਰਿਆਂ ਮੂਹਰੇ ਅੜਨ ਦੀ ਹਿੰਮਤ ਨਹੀਂ ਕੀਤੀ ਸੀ। ਸਮੁੱਚੇ ਬਿਰਤਾਂਤ ਤੋਂ ਇਹ ਤੱਥ ਸਾਫ਼ ਪ੍ਰਗਟ ਹੁੰਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੀ ਧਰਤੀ ਉੱਤੇ ਬੇਗਾਨਿਆਂ ਅਤੇ ਵਿਰੋਧੀ ਸੱਭਿਆਚਾਰਾਂ ਵਿੱਚ ਘਿਰੇ ਸਿੱਖਾਂ ਅੰਦਰ ਪਹਿਲੇ ਪ੍ਰਥਮੇ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਬਚਾਉਣ ਦਾ ਤੀਬਰ ਅਹਿਸਾਸ ਪੈਦਾ ਹੋਇਆ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਜ਼ੋਰਦਾਰ ਮੁਹਿੰਮ ਚਲਾਈ, ਜਿਸ ਨਾਲ ਉਹਨਾਂ ਅੰਦਰ ਧਾਰਮਿਕ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ। ਜਦੋਂ ਸਿੱਖਾਂ ਦਾ ਆਪਣੇ ਧਰਮ ਵਿੱਚ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ ਤਾਂ ਉਸ ਦੇ ਹਿਰਦੇ ਅੰਦਰ ਗੁਰੂ ਪਿਆਰ ਦੀਆਂ ਤਰੰਗਾਂ ਪੈਦਾ ਹੋ ਜਾਂਦੀਆਂ ਹਨ। ਉਸ ਨੂੰ ਗੁਰੂ ਹਰ ਵਕਤ ਆਪਣੇ ਅੰਗ ਸੰਗ ਮਹਿਸੂਸ ਹੋਣ ਲੱਗਦਾ ਹੈ, ਜਿਸ ਸਦਕਾ ਉਸ ਅੰਦਰ ਆਤਮਿਕ ਬਲ ਅਤੇ ਸੋਝੀ ਪੈਦਾ ਹੋ ਜਾਂਦੀ ਹੈ। ਇਸ ਆਤਮਿਕ ਬਲ ਦੀ ਬਦੌਲਤ ਹੀ ਅਮਰੀਕਾ ਅੰਦਰ ਸਿੱਖਾਂ ਨੇ ਕਈ ਥਾਵਾਂ ਤੇ ਨਕਲ ਪ੍ਰਸਤਾਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਇੱਥੇ ਇਹ ਤੱਥ ਨੋਟ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਜਿਹੜੇ ਸਿੱਖਾਂ ਨੇ ਵਿਰੋਧੀ ਸੱਭਿਆਚਾਰ ਦੇ ਦਬਾਅ ਹੇਠ ਜਾਂ ਰੁਜ਼ਗਾਰ ਦੇ ਲਾਲਚ ਵਿੱਚ ਆ ਕੇ ਦਸਤਾਰਾਂ ਉਤਾਰ ਕੇ ਟੋਪੀਆਂ ਪਾ ਲੈਣ ਦੀ ਕਮਜ਼ੋਰੀ ਦਿਖਾਈ ਸੀ, ਉਹ ਆਤਮਿਕ ਤੌਰ ਤੇ ਇੰਨੇ ਬਲਹੀਣ ਹੋ ਗਏ ਸਨ ਕਿ ਨਸਲਵਾਦੀ ਗੋਰਿਆਂ ਨੇ ਉਹਨਾਂ ਨੂੰ ਅਲਬਰਟ ਅਤੇ ਵਿਲੀਅਮ ਦੇ ਕਾਰਖਾਨਿਆਂ ਵਿੱਚੋਂ ਕੁੱਟ-ਕੁੱਟ ਕੇ ਭਜਾ ਦਿੱਤਾ ਸੀ। ਆਪਣੇ ਧਰਮ ਦੀ ਰੱਖਿਆ ਅਤੇ ਉੱਨਤੀ ਕਰਨ ਦੇ ਵਿਚਾਰ ਨਾਲ ਸਿੱਖਾਂ ਨੇ ਆਪਣੇ ਵਿਸ਼ੇਸ਼ ਸੁਭਾਅ ਅਤੇ ਰਹੁ ਰੀਤ ਮੁਤਾਬਕ ਗੁਰਦੁਆਰੇ ਸਥਾਪਿਤ ਕਰਨੇ ਸ਼ੁਰੂ ਕੀਤੇ। ਉਹਨਾਂ ਅੰਦਰ ਏਕਤਾ ਅਤੇ ਜਥੇਬੰਦੀ ਦਾ ਅਹਿਸਾਸ ਪ੍ਰਫੁੱਲਤ ਹੋਇਆ। ਇਸ ਵਿੱਚੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਖਾਲਸਾ ਦੀਵਾਨ ਸੁਸਾਇਟੀ ਪੈਸੀਫਿਕ ਕੋਸਟ
ਦਾ ਜਨਮ ਹੋਇਆ। ਇਹ ਸੰਸਥਾਵਾਂ ਅਮਰੀਕਾ ਅਤੇ ਕੈਨੇਡਾ ਅੰਦਰ ਸਿੱਖਾਂ ਦੀਆਂ ਸਮੁੱਚੀਆਂ ਧਾਰਮਿਕ ਅਤੇ ਰਾਜਸੀ ਸਰਗਰਮੀਆਂ ਦਾ ਧੁਰਾ ਬਣੀਆਂ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 96 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।